ਅਹਨਿਸ ਸਹਿਜ ਸੁਭਾਅ, ਦਰਸ਼ਨ ਪਰਸਿਆ। ਜਨਮ ਮਰਨ ਦੁਖ ਵੈ ਸਿਫਤ ਖਸਮ ਦੇਰ। ਤੁਧ ਡਿਠੇ ਸਚੇ ਸੱਜਣ ਸਚਿਆ ਪਾਤਸ਼ਾਹ ਸਿਰ ਸਾਂਧੈ। ਜਿਸ ਪਾਸ ਬੈਠਿਆ ਸੋਈ ਸਭਨਾ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੁਕਤ ਸਮੀਪ ਤਹੀਂ ਸਭ ਹੀ ਕੋ, ਬਹੁਤ ਆਨੰਦ ਪਾਏ ਹਿਤ ਜੀ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਲੜੀਵਾਰ ਕਥਾ ਦੇ ਅੰਦਰ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਬਚਨ ਸਰਵਣ ਕੀਤੇ ਸਨ। ਕਿਲੇ ਵਿੱਚੋਂ ਕੁਝ ਸਿੰਘਾਂ ਨੇ ਵਿਚਾਰ ਬਣਾਈ ਹੈ ਕਿ ਬਾਹਰੋਂ ਕਿਸੇ ਨਗਰ ਦੇ ਵਿੱਚੋਂ ਰਾਸ਼ਨ ਲੈ ਕੇ ਆਂਦਾ ਜਾਏ। ਇਹ ਸਿੰਘ ਪਹਿਲਾਂ ਵੀ ਇਸੇ ਤਰ੍ਹਾਂ ਰਾਸ਼ਨ ਲੈਣ ਵਾਸਤੇ ਜਾਂਦੇ। ਜਿਹੜੇ ਗੁਪਤ ਰਸਤਿਆਂ ਦੇ ਰਾਹੀਂ ਪਗਡੰਡੀਆਂ ਦੇ ਰਾਹੀਂ ਬਾਹਰ ਜਾਂਦੇ ਸਨ, ਉਹ ਰਸਤੇ ਪਹਾੜੀ ਰਾਜਿਆਂ ਨੇ ਮੁਗਲਾਂ ਨੂੰ ਵਿਖਾ ਦਿੱਤੇ। ਇੱਥੋਂ ਇਹ ਰਾਤ ਨੂੰ ਲੰਘ ਕੇ ਨਿਕਲਦੇ ਨੇ। ਮੁਗਲ ਸੂਬੇਦਾਰਾਂ ਨੇ ਉਸ ਵੇਲੇ ਆਪਣੇ 25-50 ਬੰਦੇ ਵੇਖਣ ਵਾਸਤੇ ਲਾ ਦਿੱਤੇ ਕਦੋਂ ਕਿਲੇ ਵਿੱਚੋਂ ਬਾਹਰ ਨਿਕਲਣਗੇ। ਜਿਸ ਦਿਨ ਸਿੰਘ ਬਾਹਰ ਨਿਕਲੇ, ਇਹਨਾਂ ਨੇ ਉੱਥੇ ਆਪਣੀ ਫੌਜ ਦੀਆਂ ਵੱਡੀਆਂ ਟੁਕੜੀਆਂ ਖੜੀਆਂ ਕਰ ਦਿੱਤੀਆਂ। ਕਿਲੇ ਤੋਂ ਬਾਹਰ ਨਿਕਲਦਿਆਂ ਕੁਝ ਨਹੀਂ ਕਹਿਣਾ ਹੈ, ਪਰ ਜਦੋਂ ਵਾਪਸ ਕਿਲੇ ਵਿੱਚ ਜਾਣ ਉਦੋਂ ਜਾਨ ਨਹੀਂ ਦੇਣਾ ਹੈ। ਸਿੰਘਾਂ ਨੂੰ ਚਾਰ ਚੁਫੇਰੇ ਤੋਂ ਘੇਰਾ ਪੈ ਗਿਆ ਹੈ। ਮੁਗਲਾਂ ਦੇ ਨਾਲ ਲੜਦਿਆਂ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਸ਼ਹੀਦ ਹੋਣ ਤੋਂ ਬਾਅਦ ਵਿੱਚ ਜਿਹੜੇ ਕਿਲੇ ਵਿੱਚ ਸਿੰਘ ਸਨ, ਉਹਨਾਂ ਨੇ ਮਹਾਰਾਜ ਜੀ ਨੂੰ ਦੱਸਿਆ, ਸਤਿਗੁਰੂ ਜੀ ਸਿੰਘ ਰਾਸ਼ਨ ਲੈਣ ਵਾਸਤੇ ਗਏ ਸਨ, ਮੁਗਲਾਂ ਨਾਲ ਭੇੜ ਹੋਇਆ ਅਤੇ ਚੜ੍ਹਾਈ ਕਰ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਸਾਨੂੰ ਦੱਸ ਕੇ ਕਾਰਜ ਕਰਨਾ ਸੀ, ਦੱਸ ਕੇ ਜਾਂਦੇ ਤੇ ਅਸੀਂ ਮਗਰੋਂ ਮਦਦ ਪਹੁੰਚਾ ਦਿੰਦੇ। ਇਸ ਤਰ੍ਹਾਂ ਦੇ ਬਚਨ ਬਿਲਾਸ ਮਹਾਰਾਜ ਕਰਦੇ ਪਏ। ਸਿੱਖਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਉਹ ਗਏ ਤੇ ਪੰਥ ਦੇ ਕਾਰਜ ਵਾਸਤੇ ਸਨ, ਹੁਣ ਸ਼ਹੀਦੀ ਪਾ ਗਏ, ਆਪ ਜੀ ਮੁਕਤੀ ਦੀ ਦਾਤ ਬਖਸ਼ੋ। ਇਤਿਹਾਸ ਪਿਛਲੇ ਦੀਵਾਨ ਅੰਦਰ ਆਪਾਂ ਸਰਵਣ ਕਰ ਆਏ। ਅੱਗੇ ਜਿਵੇਂ ਲੜੀ ਦੀ ਪ੍ਰਰੰਭਤਾ ਹੋ ਰਹੀ ਹੈ, ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੁਕਤ ਸਮੀਪ ਤਹੀਂ ਸਭ ਹੀ ਕੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜੇ ਸਿੰਘ ਇਸ ਤਰ੍ਹਾਂ ਮੁਗਲਾਂ ਦੇ ਨਾਲ ਲੜਦਿਆਂ ਸ਼ਹੀਦੀ ਪਾ ਗਏ, ਉਹਨਾਂ ਨੂੰ ਮਹਾਰਾਜ ਜੀਆਂ ਨੇ ਸਮੀਪ ਮੁਕਤੀ ਜੋ ਬਖਸ਼ਿਸ਼ ਕੀਤੀ ਹੈ। ਚਾਰ ਤਰ੍ਹਾਂ ਦੀਆਂ ਮੁਕਤੀਆਂ ਨੇ ਨਾ, ਸਮੀਪ ਹੈ, ਸਰੂਪ ਹੈ, ਸੁਜੁਜ ਹੈ ਤੇ ਕੇਵਲ ਮੋਕਸ਼ ਹੈ। ਉਹਨਾਂ ਚੌਹਾਂ ਦੇ ਵਿੱਚੋਂ ਮਹਾਰਾਜ ਜੀਆਂ ਨੇ ਸਮੀਪ ਮੁਕਤੀ ਬਖਸ਼ੀ ਹੈ। ਸਮੀਪ ਤੋਂ ਭਾਵ ਹੈ ਕੋਲ ਰਹਿਣਾ। ਮਹਾਰਾਜ ਜੀ ਨੇ ਆਪਣੇ ਲੋਕ ਦੇ ਵਿੱਚ ਆਪਣੇ ਕੋਲ ਹੀ ਇਹਨਾਂ ਸਿੰਘਾਂ ਨੂੰ ਰੱਖ ਲਿਆ। ਐਸੀ ਦਾਤ ਬਖਸ਼ਦੇ ਹਨ। ਬਹੁਤ ਆਨੰਦ ਪਾਏ ਹਿਤ ਜੀ ਕੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਸਮੀਪ ਮੁਕਤੀ ਬਖਸ਼ੀ ਹੈ, ਇਹਨਾਂ ਸਿੰਘਾਂ ਨੇ ਮਨ ਕਰਕੇ ਬੜਾ ਆਨੰਦ ਪ੍ਰਾਪਤ ਕੀਤਾ ਹੈ। ਰੱਖੈ ਸਭ ਤੀਜੇ ਸਿੱਖ ਮੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੇ ਮੇਰੇ ਸਿੱਖ ਸਿੱਖੀ ਨੂੰ ਕੇਸਾਂ ਦੇ ਸਮੇਤ ਰੱਖਣਗੇ,
ਕੇਸਾਂ ਦੇ ਸਮੇਤ ਜਿਹੜੇ ਸਾਬਤ ਰਹਿਣਗੇ, ਜਿਹੜੇ ਮੇਰੇ ਐਸੇ ਸਿੱਖ ਹਨ ਇਹ ਪ੍ਰਾਨ ਹੈ ਲਾਭ ਤੇਰੇ। ਜਿਹੜੇ ਪ੍ਰਾਨ ਦੇਣ ਲੱਗਿਆਂ ਢੇਰੀ ਨਹੀਂ ਕਰਨਗੇ। ਮੰਨ ਲਓ ਮੁਗਲਾਂ ਦੇ ਨਾਲ ਜੰਗ ਹੋ ਗਿਆ, ਧਰਮ ਦੇ ਵਾਸਤੇ ਲੜਦਿਆਂ ਹੋਇਆਂ ਜਿਹੜੇ ਸਿੱਖ ਇਸ ਤਰ੍ਹਾਂ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਦੇ ਹਨ, ਸਹਿ ਕਾਮੀ ਸਭ ਲਹਿ ਰਾਜ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਕਾਮਨਾ ਦੇ ਸਮੇਤ ਸ਼ਹੀਦੀ ਪਾ ਦੇਣਗੇ, ਉਹਨਾਂ ਨੂੰ ਉਹਨਾਂ ਦੀ ਕਾਮਨਾ ਪੂਰੀ ਕਰਾਂਗੇ। ਕਾਮਨਾ ਰੱਖੀ ਹੈ ਨਾ, ਜੰਗ ਵਿੱਚ ਲੜਦਿਆਂ ਇੱਛਾ ਰੱਖੀ ਹੈ ਵੀ ਮੈਨੂੰ ਇਹ ਫਲ ਮਿਲੇ, ਪਰ ਜੰਗ ਲੜਦਿਆਂ ਸ਼ਹੀਦ ਹੋ ਗਏ, ਕਾਮਨਾ ਰਹਿ ਗਈ ਹੈ। ਉਹਨਾਂ ਦੀ ਕਾਮਨਾ ਪੂਰੀ ਕਰਨ ਵਾਸਤੇ ਅਗਲੇ ਜਨਮ ਵਿੱਚ ਅਸੀਂ ਰਾਜੇ ਬਣਾ ਦਿਆਂਗੇ। ਰਾਜੇ ਬਣ ਕੇ ਪੈਦਾ ਹੋਣਗੇ, ਆਪਣੀਆਂ ਕਾਮਨਾਵਾਂ ਜਿਹੜੀਆਂ ਬਣਦੀਆਂ ਹੋਣਗੀਆਂ ਉਹ ਪੂਰੀਆਂ ਹੋ ਜਾਣਗੀਆਂ। ਐਸੀ ਦਾਤ ਉਹਨਾਂ ਨੂੰ ਮਿਲਦੀ ਹੈ। ਹੋ ਗਏ ਭੋਗ ਕੋ ਸਗਲ ਸਮਾਜ। ਤੇ ਉਹ ਜਿਹੜੇ ਗੁਰਮੁਖ ਨੇ ਧਰਤੀ ਦੇ ਉੱਪਰ ਰਾਜੇ ਬਣ ਕੇ ਫਿਰ ਸਾਰਾ ਸੁੱਖ ਤੇ ਆਨੰਦ ਜੋ ਹੈ ਉਸ ਨੂੰ ਪ੍ਰਾਪਤ ਕਰਦੇ ਹਨ। ਸਤ ਸੰਗ ਕਰੇ ਭਵ ਤੇਰੇ ਤਰੇ। ਉਸ ਵੇਲੇ ਕਹਿਣ ਲੱਗੇ ਬਚਨ ਇਹ ਹੈ ਕਿ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿੰਨੇ ਵੀ ਉਹਨਾਂ ਨੇ ਪੁੰਨ ਇਤਿਆਦ ਕੀਤੇ ਹਨ, ਨਿਸ਼ਕਾਮੀ ਗਤ ਲੈ ਰਨ ਮਰੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਨਿਸ਼ਕਾਮ ਹੋ ਕੇ ਜੰਗ ਵਿੱਚ ਸ਼ਹੀਦ ਹੋਏ, ਕਾਮਨਾ ਹੀ ਕੋਈ ਨਹੀਂ ਰੱਖੀ ਹੈ, ਸੇਵਾ ਕਰਤ, ਸੇਵਾ ਵੀ ਕੀਤੀ ਹੈ, ਤਨ ਵੀ ਤਿਆਗਿਆ ਹੈ, ਕੁਰਬਾਨੀ ਵੀ ਕੀਤੀ ਹੈ, ਪਰ ਕਾਮਨਾ ਕੋਈ ਨਹੀਂ ਰੱਖੀ ਹੈ, ਜਿਹੜੇ ਨਿਸ਼ਕਾਮ ਹੋ ਕੇ ਸ਼ਹੀਦ ਹੁੰਦੇ ਹਨ। ਯਾਦ ਕਹੈ ਤੂੰ ਚਰਨ ਧੋਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਨਿਸ਼ਕਾਮੀਆਂ ਨੂੰ ਅਸੀਂ ਮੁਕਤੀ ਦੇ ਦਿਆਂਗੇ, ਕੇਵਲ ਮੋਕਸ਼ ਮਿਲ ਜਾਏਗੀ, ਜੰਮਣ ਮਰਨ ਦਾ ਜੰਜਾਲ ਖਤਮ ਹੋ ਜਾਵੇਗਾ। ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ। ਨਿਸ਼ਕਾਮ ਜੋ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਮਾਲਕ ਨੂੰ ਪ੍ਰਾਪਤ ਕਰ ਲੈਂਦਾ ਹੈ। ਜੰਗ ਦੇ ਵਿੱਚ ਵੀ ਜਿਹੜੇ ਨਿਸ਼ਕਾਮ ਹੋ ਕੇ ਲੜੇ, ਮਹਾਰਾਜ ਕਹਿਣ ਲੱਗੇ ਨਿਸ਼ਕਾਮ ਲੜਨ ਵਾਲਿਆਂ ਨੂੰ ਅਸੀਂ ਕੇਵਲ ਮੋਕਸ਼ ਦੀ ਦਾਤ ਬਖਸ਼ਿਸ਼ ਕਰਦੇ ਹਾਂ। ਸੁਪਟ ਰਹਿ ਪੁਰ ਸਤ ਹੋਏ। ਸਤਿਗੁਰੂ ਪਾਤਸ਼ਾਹ ਜੀਆਂ ਨੇ ਇਹ ਬਚਨ ਕਰਕੇ ਇਦੋਂ ਅੱਗੇ ਫਿਰ ਕੋਈ ਬਚਨ ਨਹੀਂ ਕੀਤਾ, ਮਹਾਰਾਜ ਚੁੱਪ ਕਰ ਗਏ। ਪਰ ਗੁਰਮੁਖੋ ਜਿੰਨੇ ਮਹਾਰਾਜ ਦੇ ਨਾਲ ਸਿੰਘ ਨੇ ਨਾ, ਸਾਰੇ ਹੀ ਭੁੱਖ ਦਾ ਦੁੱਖ ਆਪਣੇ ਤਨ ਦੇ ਉੱਪਰ ਸਹਾਰਦੇ ਪਏ। ਜਿਹੜੇ ਘੇਰੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਆ ਗਏ ਨੇ, ਮੁਗਲਾਂ ਨੇ ਬਾਹਰੋਂ ਰਸਤ ਪਾਣੀ ਜਾਣਾ ਬੰਦ ਕਰ ਦਿੱਤਾ ਹੈ। ਜਿਹੜੇ ਕਿਲੇ ਦੇ ਵਿੱਚ ਰਹਿ ਰਹੇ ਨੇ, ਉਹ ਭੁੱਖ ਦਾ ਦੁੱਖ ਆਪਣੇ ਤਨ ਦੇ ਉੱਪਰ ਸਹਾਰਦੇ ਹਨ। ਆਦ ਪ੍ਰਸਾਦੀ ਹਾਥੀ ਖਰੇ। ਗੁਰਮੁਖੋ ਮਹਾਰਾਜ ਦੇ ਕੋਲ ਇਸ ਵੇਲੇ ਪ੍ਰਸਾਦੀ ਹਾਥੀ ਵੀ ਹੈ। ਅਸਾਮ ਦਾ ਰਾਜਾ ਸੀ ਨਾ, ਮਹਾਰਾਜ ਜੀ ਦੇ ਵਾਸਤੇ ਭੇਟ ਲੈ ਕੇ ਆਇਆ ਸੀ ਇਹ ਪ੍ਰਸਾਦੀ ਹਾਥੀ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤੇ ਸਨ ਵੀ ਇੱਕ ਰਾਜਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਆਇਆ, ਕਹਿਣ ਲੱਗਾ ਸਤਿਗੁਰੂ ਘਰ ਵਿੱਚ ਪੁੱਤਰ ਦੀ ਦਾਤ ਨਹੀਂ, ਆਪ ਜੀ ਬਖਸ਼ਿਸ਼ ਕਰੋ। ਮਹਾਰਾਜ ਨੇ ਹੱਥਾਂ ਵਿੱਚ ਮੋਹਰ ਫੜੀ ਹੋਈ ਹੈ ਤੇ ਮੋਹਰ ਉਹਦੇ ਪੱਟ ਦੇ ਉੱਪਰ ਲਾ ਕੇ ਆਖਿਆ, ਕਹਿਣ ਲੱਗੇ ਘਰ ਵਿੱਚ ਪੁੱਤਰ ਹੋਵੇਗਾ, ਇਹ ਸਾਡੀ ਮੋਹਰ ਦਾ ਨਿਸ਼ਾਨ ਉਹਦੇ ਸਿਰ ਦੇ ਉੱਪਰ ਹੋਵੇਗਾ। ਸਮਾਂ ਪਾ ਕੇ ਘਰ ਵਿੱਚ ਪੁੱਤਰ ਪੈਦਾ ਹੋਇਆ ਤੇ ਮਹਾਰਾਜ ਜੀ ਦੀ ਮੋਹਰ ਦਾ ਨਿਸ਼ਾਨ ਉਹਦੇ ਸਰੀਰ ਦੇ ਉੱਪਰ ਹੈ। ਜਦੋਂ ਇਹ ਬੱਚਾ ਥੋੜਾ ਜਵਾਨ ਹੋਇਆ, ਮੋਹਰ ਦਾ ਨਿਸ਼ਾਨ ਵੇਖਿਆ ਤੇ ਉਸ ਵੇਲੇ ਆਪਣੀ ਮਾਤਾ ਨੂੰ ਪੁੱਛਣ ਲੱਗਾ, ਪਿਤਾ ਤੇ ਚੜ੍ਹਾਈ ਕਰ ਗਿਆ। ਮਾਂ ਨੂੰ ਪੁੱਛਿਆ ਵੀ ਇਹ ਨਿਸ਼ਾਨ ਕੈਸਾ ਹੈ। ਉਸ ਵੇਲੇ ਮਾਤਾ ਨੇ ਦੱਸਿਆ ਵੀ ਪੁੱਤਰ ਇਹ ਗੁਰੂ ਪਾਤਸ਼ਾਹ ਦੀ ਮੋਹਰ ਹੈ, ਤੂੰ ਉਹਨਾਂ ਦੇ ਬਚਨਾਂ ਦੇ ਨਾਲ ਤੈਨੂੰ ਜਨਮ ਮਿਲਿਆ ਹੈ। ਜਦੋਂ ਇਹ ਗੱਲ ਸੁਣੀ ਹੈ ਤੇ ਇਹ ਫਿਰ ਰਾਜਾ ਜੋ ਹੈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣ ਦੇ ਲਈ ਇਸ ਨੇ ਫਿਰ ਆਖਿਆ ਸੋਹਣੀ ਜੀ ਭੇਟਾ ਮਹਾਰਾਜ ਵਾਸਤੇ ਲਈ ਜਾਵੇ। ਫਿਰ ਇੱਕ ਬੜਾ ਹੀ ਸੋਹਣਾ ਹਾਥੀ ਇਸ ਨੇ ਖਰੀਦਿਆ, ਜਿਸ ਨੂੰ ਪ੍ਰਸਾਦੀ ਹਾਥੀ ਵੀ ਕਿਹਾ ਜਾਂਦਾ ਹੈ। ਸੋ ਇਹ ਹਾਥੀ ਇਸ ਨੇ ਬੜਾ ਸੋਹਣਾ ਜੰਗਲਾਂ ਦੇ ਵਿੱਚੋਂ ਮੰਗਵਾ ਕੇ ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ ਲਿਆਂਦਾ। ਇਸ ਨੂੰ ਸਫੈਦ ਹਾਥੀ ਜਾਂ ਚਿੱਟਾ ਹਾਥੀ ਵੀ ਆਖਿਆ ਜਾਂਦਾ ਹੈ। ਉਹਦਾ ਕਾਰਨ ਇਹ ਹੈ ਵੀ ਸੁੰਡ ਤੋਂ ਲੈ ਕੇ ਪੂਛ ਤੱਕ ਇਹਦੇ ਸਰੀਰ ਦੇ ਉੱਪਰ ਇੱਕ ਚਿੱਟੇ ਰੰਗ ਦੀ ਧਾਰੀ ਹੈ, ਇੱਕ ਰੇਖਾ ਬਣੀ ਹੋਈ ਹੈ। ਤੇ ਮੱਥੇ ਦੇ ਵਿੱਚ ਜਿੰਨਾ ਪ੍ਰਸ਼ਾਦਾ ਹੁੰਦਾ ਨਾ, ਆਪਾਂ ਪ੍ਰਸ਼ਾਦਾ ਛਕਦੇ ਹਾਂ,
ਮੱਥੇ ਦੇ ਵਿਚਕਾਰ ਇੰਨਾ ਚਿੱਟਾ ਨਿਸ਼ਾਨ ਹੈ, ਤਾਂ ਇਸ ਨੂੰ ਪ੍ਰਸਾਦੀ ਹਾਥੀ ਕਿਹਾ ਜਾਂਦਾ। ਸੋ ਇਹ ਹਾਥੀ ਇਸ ਅਸਾਮ ਦੇ ਰਾਜੇ ਨੇ ਮਹਾਰਾਜ ਸਾਹਿਬ ਜੀਆਂ ਨੂੰ ਭੇਟ ਕੀਤਾ ਸੀ ਦਰਸ਼ਨ ਕਰਨ ਵਾਸਤੇ। ਜਦੋਂ ਆਇਆ ਵੀ ਸਤਿਗੁਰੂ ਤੁਹਾਡੇ ਬਚਨਾਂ ਨਾਲ ਮੇਰਾ ਜਨਮ ਹੋਇਆ ਹੈ, ਇਹ ਮੇਰੇ ਵੱਲੋਂ ਭੇਟ ਆਪ ਅੰਗੀਕਾਰ ਕਰੋ। ਇਹ ਹਾਥੀ ਛੋਟੇ ਜਿਹਾ ਕੱਦ ਦਾ ਬੜਾ ਸਿਆਣਾ ਹੈ। ਕਦੇ ਮਹਾਰਾਜ ਦੇ ਜੋੜਾ ਲਿਆ ਕੇ ਸੁੰਡ ਦੇ ਨਾਲ ਕੋਲ ਰੱਖ ਦਿੰਦਾ ਹੈ, ਕਦੇ ਸੁਰਾਹੀ ਵਿੱਚ ਪਾਣੀ ਪਾਇਆ ਤੇ ਉਹ ਪਾਣੀ ਲੈ ਕੇ ਮਹਾਰਾਜ ਦੇ ਚਰਨ ਧੋਣ ਲੱਗ ਪੈਂਦਾ ਹੈ, ਕਦੇ ਤੌਲੀਏ ਦੇ ਨਾਲ ਮਹਾਰਾਜ ਦੇ ਚਰਨ ਸਾਫ਼ ਕਰਨ ਲੱਗ ਪੈਂਦਾ ਹੈ, ਕਦੇ ਮਹਾਰਾਜ ਸਾਹਿਬ ਜੀ ਤੀਰ ਚਲਾਉਂਦੇ ਤੇ ਤੀਰ ਚੁੱਕ ਕੇ ਲੈ ਆਉਂਦਾ ਹੈ, ਕਦੇ ਆਪਣੀ ਸੁੰਡ ਦੇ ਵਿੱਚ ਚੌਰ ਲੈ ਕੇ ਮਹਾਰਾਜ ਦੇ ਸੀਸ ਦੇ ਉੱਪਰ ਚੌਰ ਕਰਦਾ ਹੈ। ਇਹ ਐਸਾ ਸੁੰਦਰ ਹਾਥੀ ਹੈ ਮਹਾਰਾਜ ਜੀਆਂ ਦੇ ਕੋਲ। ਪਰ ਗੁਰਮੁਖੋ ਖੁਰਾਕ ਦੀ ਕਮੀ ਹੋਣ ਕਰਕੇ ਨਾ ਘੋੜੇ ਵੀ ਲਿੱਸੇ ਹੋ ਗਏ, ਕਮਜ਼ੋਰ ਹੋ ਗਏ। ਇਹ ਜਿਹੜਾ ਪ੍ਰਸਾਦੀ ਹਾਥੀ ਹੈ ਇਹ ਵੀ ਵਿਚਾਰਾ ਬੜਾ ਕਮਜ਼ੋਰ ਸੁੱਕ ਗਿਆ, ਖੁਰਾਕ ਨਹੀਂ ਮਿਲਦੀ ਖਾਣ ਵਾਸਤੇ, ਬੜਾ ਭਾਰੀ ਇਹ ਵੀ ਕਮਜ਼ੋਰ ਹੋ ਗਿਆ ਹੈ। ਲੱਖੋਂ ਧਨ ਕਹਿ ਸੁਧ ਮਰੇ। ਮਹਾਰਾਜ ਜੀਆਂ ਦੇ ਤਬੇਲੇ ਵਿੱਚ ਲੱਖਾਂ ਲੱਖਾਂ ਦੀ ਕੀਮਤ ਦੇ ਬੜੇ ਕੀਮਤੀ ਘੋੜੇ ਸਨ। ਬੇਅੰਤ ਸੰਗਤਾਂ ਨੇ ਮਹਾਰਾਜ ਨੂੰ ਭੇਟ ਵੀ ਕੀਤੇ, ਕੁਝ ਮਹਾਰਾਜ ਨੇ ਆਪ ਵੀ ਖਰੀਦੇ। ਹੁਣ ਰਾਸ਼ਨ ਦੀ ਕਮੀ ਤੇ ਮਹਾਰਾਜ ਦੇ ਸਿੰਘਾਂ ਵਾਸਤੇ ਹੈ ਤੇ ਘੋੜਿਆਂ ਵਾਸਤੇ ਦਾਣਾ ਕਿੱਥੋਂ ਆਵੇ, ਹਰਿਆ ਚਾਰਾ ਕਿੱਥੋਂ ਆਵੇ। ਬੜੀ ਬੜੀ ਕੀਮਤ ਦੇ ਘੋੜੇ ਮਹਾਰਾਜ ਜੀਆਂ ਦੇ ਤਬੇਲੇ ਵਿੱਚ ਬੱਧੇ ਹੋਏ, ਉਹ ਵੀ ਭੁੱਖ ਦੇ ਨਾਲ ਸੁੱਕਣ ਲੱਗ ਪਏ, ਕਮਜ਼ੋਰ ਹੋਣ ਲੱਗ ਪਏ। ਹਾਥੀ ਵੀ ਕਮਜ਼ੋਰ ਹੋ ਗਏ, ਸੁੱਕ ਗਏ, ਅਤੇ ਘੋੜੇ ਕੀਮਤੀ ਜਿਹੜੇ ਸਨ ਉਹ ਵੀ ਖੁਰਾਕ ਨਾ ਮਿਲਣ ਕਰਕੇ ਬੜੇ ਕਮਜ਼ੋਰ ਹੋਏ ਹਨ। ਐਸੋ ਕਛੂ ਸੁਆਂਗ ਵਰਤਾਇਓ। ਮਹਾਰਾਜ ਜੀ ਇਸ ਤਰ੍ਹਾਂ ਦਾ ਇਹ ਸੁਆਂਗ ਰਚਿਆ। ਮਹਾਰਾਜ ਕੌਤਕ ਹੀ ਕਰਦੇ ਪਏ ਨਾ, ਪਰਖ ਕਰਦੇ ਪਏ। ਪਰਖ ਦੇ ਵਿੱਚ ਐਸਾ ਕੌਤਕ ਮਹਾਰਾਜ ਨੇ ਰਚਿਆ ਹੈ। ਮਹਾਰਾਜ ਜੀ ਸਿੱਖਾਂ ਦਾ ਸਿਦਕ ਪਰਖਦੇ ਪਏ ਵੀ ਕਿੰਨਾ ਕੁ ਸਿਦਕ ਇਹਨਾਂ ਨੇ ਆਪਣੇ ਮਨ ਵਿੱਚ ਰੱਖਿਆ ਹੈ, ਕਿੰਨੇ ਕੁ ਸਿਦਕ ਨੂੰ ਇਹਨਾਂ ਨੇ ਕਮਾਇਆ ਹੈ। ਇਸ ਤਰ੍ਹਾਂ ਆਪਣੇ ਸਿੱਖਾਂ ਦਾ ਸਿਦਕ ਮਹਾਰਾਜ ਪਰਖਦੇ ਹਨ। ਗੁਰ ਦਰਸ਼ਨ ਕੋਰ ਆਧਾਰ। ਕੇਰ ਆਧਾਰ ਕੁਝ ਸਿੱਖ ਉਹ ਨੇ ਜਿਹੜੇ ਸਿਦਕ ਦੇ ਵਿੱਚ ਪੂਰੇ ਨੇ। ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਦਾ ਹੀ ਆਸਰਾ ਹੈ। ਇਹ ਦਰਸ਼ਨਾਂ ਦੀ ਇਹਨਾਂ ਨੂੰ ਭੁੱਖ ਹੈ ਤੇ ਦਰਸ਼ਨ ਕਰਕੇ ਹੀ ਤ੍ਰਿਪਤ ਹੋ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਅੱਜ ਸਿੰਘਾਂ ਦੇ ਕੋਲ ਖਾਣ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਭੋਜਨ ਅੰਨ ਪ੍ਰਸ਼ਾਦਾ ਨਹੀਂ ਹੈ। ਪਿਛੇ ਇਤਿਹਾਸ ਵਿੱਚ ਬਚਨ ਆਪਾਂ ਸਰਵਣ ਕੀਤੇ, ਰੁੱਖਾਂ ਦਾ ਸੱਕ ਲਾ ਲਾ ਕੇ ਪਾਣੀ ਵਿੱਚ ਉਬਾਲ ਕੇ ਉਹ ਸੱਕ ਵੀ ਖਾ ਲਿਆ, ਪਾਣੀ ਵੀ ਪੀ ਗਏ। ਕਰੜੇ ਸੱਕ ਨੂੰ ਪੱਥਰਾਂ ਨਾਲ ਕੁੱਟ ਕੇ ਨਰਮ ਕਰਕੇ ਖਾ ਲਿਆ। ਰੁੱਖਾਂ ਦੇ ਪੱਤੇ ਜਿਹੜੇ ਸਨ ਉਹ ਵੀ ਜਿਹੜੇ ਖਾ ਕੇ, ਤੇ ਇਸ ਤਰ੍ਹਾਂ ਆਪਣੇ ਦੁੱਖ ਨੂੰ ਇਹਨਾਂ ਨੇ ਭੁੱਖ ਦੇ ਨੂੰ ਦੂਰ ਕੀਤਾ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀਆਂ ਦੇ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਦੇ ਆਸਰੇ ਦੇ ਨਾਲ ਆਪਣੀ ਜ਼ਿੰਦਗੀ ਕੱਟਦੇ ਹਨ। ਕਟਕਾ ਸਿੰਘ ਰਹੇ ਹੁਸ਼ਿਆਰ, ਪਰ ਕਮਰ ਕੱਸਾ ਕਰਕੇ ਹਰ ਵੇਲੇ ਸਾਵਧਾਨ ਰਹਿੰਦੇ। ਕਦੇ ਗੁੱਸਾ ਗਿਲਾ ਨਹੀਂ ਹੈ ਮਨ ਵਿੱਚ ਵੀ ਮਹਾਰਾਜ ਰੋਟੀ ਤੇ ਮਿਲਦੀ ਨਹੀਂ, ਲੜੀਏ ਕਿਵੇਂ। ਮਹਾਰਾਜ ਸਾਡੀ ਆਹ ਨਹੀਂ ਮੰਗ ਪੂਰੀ ਹੋਈ ਤੇ ਆਹ ਕੰਮ ਕਿਉਂ ਕਰੀਏ। ਆਪਾਂ ਆਮ ਹੀ ਕਹਿ ਦਿੰਦੇ ਨਾ ਕਿ ਜੇ ਮੇਰੇ ਕੋਲੋਂ ਕੋਈ ਕੰਮ ਕਰਾਉਣਾ ਹੈ ਤੇ ਫਿਰ ਮੇਰੀ ਸੇਵਾ ਵੀ ਪੂਰੀ ਕਰੋ। ਜੇ ਸੇਵਾ ਕਰੋਗੇ ਤੇ ਤਾਂ ਮੈਂ ਕੋਈ ਕੰਮ ਕਰਾਂਗਾ। ਪਰ ਮਹਾਰਾਜ ਜੀਆਂ ਦੇ ਸਿੰਘ ਭੁੱਖੇ ਨੇ, ਖਾਣ ਵਾਸਤੇ ਰਾਸ਼ਨ ਨਹੀਂ ਹੈ, ਪਰ ਫਿਰ ਕਦੇ ਇਹ ਨਹੀਂ ਆਖਿਆ ਵੀ ਮਹਾਰਾਜ ਅਸੀਂ ਤੇ ਜੰਗ ਹੀ ਨਹੀਂ ਕਰਨਾ ਹੈ। ਹਰ ਵੇਲੇ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਰਹਿੰਦੇ ਹਨ। ਕਦੇ ਕਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਾਈਆ ਕੁ ਅੰਨ ਮਿਲਦਾ ਇੱਕ ਜਾਨੇ ਨੂੰ, 250-300 ਗ੍ਰਾਮ ਪਾਈਆ ਕੁ ਅੰਨ। ਕਦੇ ਕਦੇ, ਰੋਜ਼ ਨਹੀਂ ਹੈ ਵੀ ਰੋਜ਼ ਪਾਈਆ ਮਿਲੇ, ਚਲੋ ਫਿਰ ਵੀ ਹੋ ਸਕਦਾ ਗੁਜ਼ਾਰਾ ਹੋ ਜਾਵੇ। ਕਦੇ 2-4 ਦਿਨਾਂ ਬਾਅਦ, ਹਫ਼ਤੇ ਬਾਅਦ ਪਾਈਆ ਕੁ ਅੰਨ ਮਿਲਦਾ ਹੈ ਛਕਣ ਵਾਸਤੇ। ਇੰਨੀ ਭਾਰੀ ਤੰਗੀ ਰਾਸ਼ਨ ਦੀ ਬਣੀ ਹੈ। ਪਾਠ ਬਾਣੀ ਸਤਨਾਮ ਧਿਆਵੇ। ਤੇ ਕੁਝ ਗੁਰਮੁਖ ਉਹ ਨੇ ਜਿਨ੍ਹਾਂ ਨੇ ਕੇਵਲ ਗੁਰਬਾਣੀ ਨੂੰ ਹੀ ਆਸਰਾ ਬਣਾ ਲਿਆ ਵੀ ਰਾਸ਼ਨ ਨਹੀਂ ਹੁਣ ਮਿਲੇਗਾ। ਉਹ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦੇ, ਕੋਈ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਕੇ ਅਰਦਾਸ ਕਰਦਾ ਹੈ। ਗੁਰਬਾਣੀ ਦਾ ਆਧਾਰ ਇਹਨਾਂ ਨੇ ਆਪਣਾ ਆਪ ਬਣਾ ਲਿਆ ਹੈ। ਇਸ ਤਰ੍ਹਾਂ ਗੁਰਬਾਣੀ ਦੇ ਆਸਰੇ ਸਿੰਘ ਜਿਉਂਦੇ ਹਨ। ਏਕ ਰਜਤਪਨ ਸ਼ੇਰ ਬਿਕੰਤਾ। ਤੇ ਗੁਰਮੁਖੋ ਰਾਸ਼ਨ ਜਿਹੜਾ ਬੜਾ ਭਾਰੀ ਮਹਿੰਗਾ ਹੋ ਗਿਆ। ਇੱਕ ਚਾਂਦੀ ਦੇ ਰੁਪਈਏ ਦਾ ਇੱਕ ਸੇਰ ਰਾਸ਼ਨ ਮਿਲਦਾ। ਇੰਨੀ ਭਾਰੀ ਮਹਿੰਗਾਈ ਜਿਹੜੀ ਹੈ ਉਹ ਇਸ ਵੇਲੇ ਬਣ ਚੁੱਕੀ ਹੈ ਕਿ ਇੱਕ ਜੇ ਸੇਰ ਅੰਨ ਲੈਣਾ ਹੈ ਤੇ 1 ਰੁਪਈਆ ਲੈ ਕੇ ਆਓ। ਉਹਨਾਂ ਸਮਿਆਂ ਦੇ ਵਿੱਚ ਵੱਡੀ ਰਕਮ ਹੈ।
ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਕਈ ਹਜ਼ਾਰ ਰੁਪਈਆ ਖਰਚ ਕੇ ਤੇ ਫਿਰ ਕਿਲੋ ਆਟਾ ਮਿਲੇ, ਤੇ ਆਪਾਂ ਇਹ ਗੱਲ ਕਵਾਂਗੇ ਨਾ ਵੀ ਬੜੀ ਮਹਿੰਗਾਈ ਹੋ ਗਈ ਹੈ। ਇਹ ਅਨੰਦਪੁਰ ਸਾਹਿਬ ਦੇ ਜਿਹੜੇ ਨੇੜੇ ਨੇੜੇ ਜਿੰਨੇ ਬਾਜ਼ਾਰ ਸਨ, ਇਹਨਾਂ ਨੇ ਰਾਸ਼ਨ ਹੀ ਮਹਿੰਗਾ ਕਰ ਦਿੱਤਾ ਵੀ ਹੁਣ ਰਾਸ਼ਨ ਬਿਨਾਂ ਇਹਨਾਂ ਦਾ ਸਰਨਾ ਨਹੀਂ ਹੈ। ਜਿਵੇਂ ਹੁਣ ਵੀ ਆ ਗੁਰਮੁਖੋ ਹੜ੍ਹਾਂ ਦੀ ਮਾਰ ਚੱਲਦੀ ਪਈ ਨਾ, ਪਹਾੜੀ ਇਲਾਕਿਆਂ ਵਿੱਚ, ਮੈਦਾਨੀ ਇਲਾਕਿਆਂ ਵਿੱਚ ਬੜਾ ਹੜ੍ਹ ਆ ਗਿਆ। ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਤੇ ਪੰਜਾਬ ਦੇ ਲੋਕਾਂ ਨੇ ਫ੍ਰੀ ਲੰਗਰ ਲਾ ਦਿੱਤੇ ਛਕਾਉਣ ਵਾਸਤੇ ਵੀ ਕੋਈ ਰਹਿ ਨਾ ਜਾਵੇ, ਭੁੱਖਾ ਨਾ ਕੋਈ ਸੋਵੇ। ਸੋ ਇਸ ਤਰ੍ਹਾਂ ਦੀ ਦਰਿਆ ਦਿਲੀ ਆਪਾਂ ਕਹਿ ਸਕਦੇ ਹਾਂ ਵੀ ਸਰਬੱਤ ਦਾ ਭਲਾ ਸਿੰਘ ਮੰਗਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਜਿਹੜੇ ਆਪ ਡੁੱਬੇ ਹੋਏ ਉਹ ਦੂਜਿਆਂ ਦੀ ਵੀ ਮਦਦ ਕਰਦੇ ਪਏ। ਇੱਕ ਨਗਰ ਦੇ ਵਿੱਚ ਕੁਝ ਗੁਰਮੁਖ ਰੋਟੀ ਪ੍ਰਸ਼ਾਦਾ ਲੈ ਕੇ ਗਏ ਨਾ, ਪਿੰਡ ਡੁੱਬਿਆ ਹੋਇਆ, ਵੀ ਚਲੋ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ। ਜਦੋਂ ਪ੍ਰਸ਼ਾਦਾ ਲੈ ਕੇ ਗਏ ਤੇ ਉਹਨਾਂ ਨੇ, ਪਿੰਡ ਵਾਲਿਆਂ ਨੇ ਲੈਣ ਤੋਂ ਨਾ ਕਰ ਦਿੱਤੀ। ਕਹਿਣ ਲੱਗੇ ਵੀ ਕਿਉਂ ਨਹੀਂ ਲੈਂਦੇ? ਕਹਿੰਦੇ ਜੀ ਸਾਡੇ ਪਿੰਡ ਵਾਲੇ ਤੇ ਆਪ ਅੱਗੇ ਵੰਡਣ ਵਾਸਤੇ ਗਏ ਨੇ, ਆਪ ਡੁੱਬੇ ਹੋਏ ਪਰ ਦੂਜਿਆਂ ਦੀ ਮਦਦ ਵਾਸਤੇ ਤਿਆਰ ਕਰਕੇ ਲੈ ਗਏ। ਇਹ ਇਸ ਤਰ੍ਹਾਂ ਦਾ ਮਹਾਰਾਜ ਜੀਆਂ ਨੇ ਆਪਣੇ ਸਿੱਖ ਦਾ ਜੀਵਨ ਬਣਾਇਆ ਹੈ ਕਿ ਜਿਸ ਤਰ੍ਹਾਂ ਦਾ ਮਰਜ਼ੀ ਕਰੜਾ ਤੇ ਕਠਿਨ ਸਮਾਂ ਆ ਜਾਵੇ, ਕਠਿਨ ਸਮੇਂ ਦੇ ਵਿੱਚ ਵੀ ਇੱਕ ਦੂਜੇ ਦੀ ਸਹਾਇਤਾ ਕਰਦੇ ਪਏ। ਲੰਗਰ ਫ੍ਰੀ ਖੁੱਲ੍ਹੇ ਉਸ ਵੇਲੇ ਲਾ ਦਿੱਤੇ। ਦੂਸਰੇ ਪਾਸੇ ਗੁਰਮੁਖੋ ਇਹੋ ਹੀ ਹੜ੍ਹ ਪਹਾੜੀ ਇਲਾਕਿਆਂ ਵਿੱਚ ਵੀ ਆਇਆ ਹੈ ਤੇ ਉੱਥੋਂ ਦੀ ਹਾਲਤ ਕੁਝ ਐਸੀ ਹੈ, ਜਿਹੜੀ 20 ਰੁਪਈਆਂ ਦੀ ਪਾਣੀ ਦੀ ਬੋਤਲ ਉਹ 500 ਦੀ ਉਹਨਾਂ ਨੇ ਉਸੇ ਵੇਲੇ ਕਰ ਦਿੱਤੀ ਹੈ ਵੀ ਜੇ ਪਾਣੀ ਪੀਣਾ ਤਾਂ ਇੰਨਾ ਧਨ ਖਰਚਣਾ ਪਵੇਗਾ। ਜਿਹੜੇ ਕਮਰੇ ਦਾ ਕਿਰਾਇਆ 1000 ਰੁਪਈਆ, ਉਹਦਾ 10,000 ਉਦੋਂ ਹੀ ਕਰ ਦਿੱਤਾ ਵੀ ਜੇ ਕਮਰਾ ਲੈਣਾ ਤੇ ਇੰਨੀ ਰਕਮ ਦੇਣੀ ਪਵੇਗੀ। ਇਹ ਮਹਾਰਾਜ ਜੀ ਦੇ ਖਾਲਸੇ ਦਾ ਔਰ ਦੂਜੇ ਜਿਹੜੇ ਸੰਸਾਰੀ ਦੁਨਿਆਵੀ ਲੋਕ ਨੇ, ਪੱਥਰਾਂ ਵਿੱਚ ਰਹਿਣ ਵਾਲੇ ਜਿਹੜੇ ਪੱਥਰ ਦਿਲ ਹੋ ਚੁੱਕੇ, ਉਹਨਾਂ ਦੇ ਜੀਵਨ ਦਾ ਫਰਕ ਹੈ। ਇੱਕ ਪਾਸੇ ਖਾਲਸਾ ਫ੍ਰੀ ਲੰਗਰ ਛਕਾਉਂਦਾ ਪਿਆ, ਗਰੀਬ ਗੁਰਬੇ ਦੀ ਮਦਦ ਬਿਨਾਂ ਕਿਸੇ ਭੇਦ ਤੋਂ, ਬਿਨਾਂ ਕਿਸੇ ਵਿਤਕਰੇ ਤੋਂ। ਇਹ ਨਹੀਂ ਵੇਖਿਆ ਜਾਂਦਾ ਵੀ ਇਹ ਕਿਹੜੇ ਧਰਮ ਦਾ, ਕਿਹੜੀ ਜਾਤੀ ਦਾ, ਕਿਹੜੀ ਬਰਾਦਰੀ ਦਾ, ਨਹੀਂ, ਜਿਹੜਾ ਵੀ ਆਵੇ ਉਹ ਲੰਗਰ ਛਕ ਲਵੇ। ਤੇ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਇਲਾਕਿਆਂ ਵਿੱਚ ਮਹਿਮਾਨ ਬਣ ਕੇ ਗਏ, ਉਹਨਾਂ ਨੂੰ ਲੁੱਟਿਆ ਜਾ ਰਿਹਾ, ਸੋਨਾ ਚਾਂਦੀ ਗਹਿਣੇ ਗੱਟੇ ਵੀ ਖੋਏ ਜਾ ਰਹੇ। ਇਹ ਇਸ ਤਰ੍ਹਾਂ ਦੀ ਤਰਾਸਦੀ ਜਿਹੜੀ ਆ ਉਹ ਵਾਪਰਦੀ ਪਈ ਹੈ। ਖਾਲਸੇ ਦੇ ਗੁਣ ਗੁਰਮੁਖੋ ਕੇਵਲ ਖਾਲਸੇ ਵਿੱਚ ਹੀ ਨੇ, ਖਾਲਸੇ ਤੋਂ ਬਿਨਾਂ ਇਹ ਗੁਣ ਹੋਰ ਕਿਸੇ ਵਿੱਚ ਨਹੀਂ ਹੈ। ਸੋ ਐਸੇ ਹੀ ਮਹਾਰਾਜ ਸਾਹਿਬ ਜੀਆਂ ਨੇ ਖਾਲਸੇ ਨੂੰ ਇਹ ਜੀਵਨੀ ਜਿਹੜੀ ਆ ਬਖਸ਼ਿਸ਼ ਕੀਤੀ ਹੈ। ਗੁਰਮੁਖੋ ਇਹ ਅੱਜ ਹੀ ਨਹੀਂ ਵੀ ਅੱਜ ਉੱਥੇ ਲੋਕ ਘਿਰ ਗਏ ਨੇ, ਮੁਸੀਬਤ ਵਿੱਚ ਆ ਗਏ ਤੇ ਉਹਨਾਂ ਲੋਕਾਂ ਨੇ ਮਹਿੰਗਾਈ ਕਰ ਦਿੱਤੀ ਹੈ। ਇਹ 10ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਇਹ ਬਚਨ ਆ ਗਿਆ ਹੈ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਰਾਸ਼ਨ ਦੀ ਕਮੀ ਹੋ ਗਈ, ਨੇੜੇ ਦੇ ਜਿਹੜੇ ਪਿੰਡ ਨੇ, ਪਹਾੜਾਂ ਦੇ ਜਾਂ ਬਾਜ਼ਾਰ ਨੇ, ਉਹਨਾਂ ਨੇ ਵੇਖ ਲਿਆ ਵੀ ਹੁਣ ਇਹਨਾਂ ਕੋਲ ਰਾਸ਼ਨ ਮੁੱਕ ਗਿਆ ਹੈ, ਹੁਣ ਆਪਾਂ ਜਿੰਨੀ ਵੀ ਕੀਮਤ ਮੰਗਾਂਗੇ ਦੇਣਗੇ। ਤੇ ਉਹਨਾਂ ਨੇ ਆਪਣੇ ਰਾਸ਼ਨ ਦੀ, ਬਾਜ਼ਾਰਾਂ ਦੀ ਕੀਮਤ ਵਧਾ ਦਿੱਤੀ ਵੀ 1 ਰੁਪਈਆ ਚਾਂਦੀ ਦਾ ਲੈ ਕੇ ਆਓ, 1 ਕਿਲੋ ਆਟਾ ਮਿਲੇਗਾ। ਵੱਡੀ ਰਕਮ ਲੈ ਕੇ ਥੋੜ੍ਹਾ ਜਿਹਾ ਰਾਸ਼ਨ ਦੇਣਾ, ਇਹ ਇਹਨਾਂ ਦਾ ਉਸ ਵੇਲੇ ਕਮਾਈ ਕਰਨ ਦਾ ਇੱਕ ਸਾਧਨ ਬਣਾ ਲਿਆ। ਜਿਵੇਂ ਅੱਜ ਕਮਾਈ ਕਰਦੇ ਪਏ ਲੋਕਾਂ ਨੂੰ ਮੁਸੀਬਤ ਵਿੱਚ ਫਸਿਆਂ ਵੇਖ ਕੇ, ਇਹ 10ਵੇਂ ਪਾਤਸ਼ਾਹ ਦੇ ਸਮੇਂ ਵੀ ਐਸੀ ਇਹਨਾਂ ਦੀ ਬਲ ਬੁੱਧ ਹੈ, ਇਸ ਤਰ੍ਹਾਂ ਦੇ ਕਰਮੇ ਕਰਦੇ ਹਨ। ਸੋ ਵੀ ਖੋਜਤ ਕਹੋ ਲੰਤਾ। ਤੇ ਗੁਰਮੁਖੋ ਇਹ ਨਹੀਂ ਹੈ ਵੀ ਤੁਹਾਡੇ ਕੋਲ ਰੁਪਈਆ ਹੈ ਤੇ ਤੁਹਾਨੂੰ ਜਾਂਦਿਆਂ ਹੀ ਮਿਲ ਜਾਏਗਾ ਰਾਸ਼ਨ, ਨਹੀਂ, ਜਾਂਦਿਆਂ ਨਹੀਂ ਮਿਲੇਗਾ। ਬਾਜ਼ਾਰਾਂ ਵਿੱਚ ਰਾਸ਼ਨ ਦੀ ਇੰਨੀ ਘਾਟ ਆ ਗਈ ਹੈ ਵੀ ਤੁਹਾਨੂੰ 1-2 ਬਾਜ਼ਾਰ ਪਹਿਲਾਂ ਲੱਭਣੇ ਪੈਣਗੇ, ਕਈ ਦੁਕਾਨਾਂ ਦੇ ਉੱਪਰ ਗੇੜਾ ਕੱਢਣਾ ਪਵੇਗਾ, ਫਿਰ ਜਾ ਕੇ ਕਿਤਿਓਂ ਉਹ ਰੁਪਈਏ ਦਾ ਸੇਰ ਆਟਾ ਰਾਸ਼ਨ ਜਿਹੜਾ ਉਹ ਮਿਲਦਾ ਹੈ। ਲਾਖੋਂ ਕੇ ਹੈ ਖੜੇ ਤਬੇਲੇ। ਮਹਾਰਾਜ ਜੀਆਂ ਦੇ ਘੋੜੇ ਤਬੇਲੇ ਵਿੱਚ ਖਲੋਤੇ ਲੱਖਾਂ ਦੀ ਗਿਣਤੀ ਹੈ। ਜਿੱਥੇ ਹੁਣ 1 ਰੁਪਈਏ ਦਾ ਸੇਰ ਰਾਸ਼ਨ ਮਿਲਦਾ ਹੈ, ਹੁਣ ਉਹ ਸੇਰ ਰਾਸ਼ਨ ਬੰਦਿਆਂ ਨੂੰ ਖਵਾਇਆ ਜਾਵੇ ਜਾਂ ਘੋੜਿਆਂ ਨੂੰ ਖਵਾਇਆ ਜਾਵੇ। ਘੋੜੇ ਵੀ ਬੜੇ ਕੀਮਤੀ, ਲੱਖਾਂ ਦੀ ਕੀਮਤ ਦੇ ਘੋੜੇ ਮਹਾਰਾਜ ਦੇ ਤਬੇਲੇ ਵਿੱਚ ਖਲੋਤੇ ਹਨ। ਮਲੀਦਾ ਸਦਾ ਮਹਿਲੇ। ਤੇ ਗੁਰਮੁਖੋ ਜਿਨ੍ਹਾਂ ਨੂੰ ਸਦਾ ਮਲੀਦਾ ਦਿੱਤਾ ਜਾਂਦਾ ਸੀ ਖਾਣ ਵਾਸਤੇ, ਮਲੀਦਾ ਤੋਂ ਭਾਵ ਹੈ ਚੂਰੀ ਦੇਣੀ, ਜਾਨਵਰ ਨੂੰ ਤਗੜਾ ਕਰਨ ਵਾਸਤੇ। ਜਿਵੇਂ ਗੁੜ ਛੋਲਿਆਂ ਦਾ ਆਟਾ ਮਿਲਾ ਕੇ ਤੇ ਮਲ ਕੇ ਇਹ ਖੁਰਾਕ ਦਿੱਤੀ ਜਾਂਦੀ ਹੈ। ਛੋਲਿਆਂ ਦਾ ਆਟਾ ਪੀ ਲੈਣਾ, ਕੁਝ ਗੁੜ ਨੂੰ ਬਰੀਕ ਕਰਕੇ ਤੇ ਉਹਦੇ ਵਿੱਚ ਮਿਲਾ ਲੈਣਾ, ਤੇ ਫਿਰ ਉਹ ਚੂਰੀ ਜੀ ਬਣਾ ਕੇ ਪਸ਼ੂ ਨੂੰ ਦੇ ਕੇ ਉਹਨੂੰ, ਜਾਨਵਰ ਨੂੰ ਤਗੜਾ ਕਰਨਾ। ਇਸ ਤਰ੍ਹਾਂ ਦਾ ਮਲੀਦਾ ਮਹਾਰਾਜ ਦੇ ਘੋੜੇ ਛਕਦੇ ਸਨ ਤਗੜੇ ਰਹਿਣ ਵਾਸਤੇ। ਜਾਂ ਫਿਰ ਇਸ ਤਰ੍ਹਾਂ ਮੋਠ ਬਾਜਰਾ ਜਿਹੜਾ ਨਾ, ਉਸ ਨੂੰ ਉਬਾਲ ਕੇ ਅਤੇ ਗੁੜ, ਤੇਲ, ਮੋਠ, ਮਾਂਹ, ਇਹ ਸਾਰੀਆਂ ਚੀਜ਼ਾਂ ਉਬਾਲ ਕੇ ਤੇ ਫਿਰ ਠੰਡਿਆ ਕਰਕੇ ਤੇ ਫਿਰ ਉਹਨਾਂ ਜਾਨਵਰਾਂ ਨੂੰ ਦੇਣੀਆਂ ਖਾਣ ਵਾਸਤੇ। ਗੁੜ ਦੇ ਨਾਲ ਤਗੜੇ ਹੋ ਜਾਓ, ਮੋਠ ਮਿਲ ਜਾਣੇ, ਇਸੇ ਤਰ੍ਹਾਂ ਤੇਲ ਦੇ ਦੇਣਾ, ਮਾਂਹ ਦੀ ਦਾਲ,
ਇਹ ਉਹਨਾਂ ਜਾਨਵਰਾਂ ਨੂੰ ਚਾਰਿਆ ਜਾਂਦਾ ਤੇ ਉਹ ਤਗੜੇ ਰਹਿੰਦੇ। ਜਿਹੜੇ ਘੋੜੇ ਕਦੇ ਸੋ ਗੁੜ ਦਿੱਤਾ ਜਾਂਦਾ ਸੀ ਉਹਨਾਂ ਨੂੰ, ਜਾਂ ਕਹਿ ਲਈਏ ਵੀ ਛੋਲਿਆਂ ਦਾ ਆਟਾ ਉਹਨਾਂ ਨੂੰ ਚਾਰਿਆ ਜਾਂਦਾ ਸੀ, ਮਾਂਹ ਦੀ ਦਾਲ ਖਾਣ ਵਾਸਤੇ ਉਹਨਾਂ ਨੂੰ ਪੀਸ ਕੇ ਨਿਹਾਲੀਆਂ ਦਿੱਤੀਆਂ ਜਾਂਦੀਆਂ, ਨਿਹਾਰੀਆਂ ਦਿੱਤੀਆਂ ਜਾਂਦੀਆਂ। ਜਿਹੜੇ ਘੋੜੇ ਕਦੇ ਐਸੀਆਂ ਖੁਰਾਕਾਂ ਖਾਂਦੇ ਸਨ, ਅੱਜ ਉਹਨਾਂ ਨੂੰ ਖਾਣ ਵਾਸਤੇ ਘਾਹ ਵੀ ਨਹੀਂ ਮਿਲਦਾ ਪਿਆ ਹੈ। ਸੋ ਗੁੜ ਖਾਣਾ ਤੇ ਦੂਰ ਦੀ ਗੱਲ ਹੈ, ਛੋਲਿਆਂ ਦਾ ਆਟਾ ਮਿਲਣਾ ਦੂਰ ਦੀ ਗੱਲ ਹੈ, ਮਾਂਹ ਤੇਲ ਇਤਿਆਦਿਕ ਦੇਣਾ ਦੂਰ ਦੀਆਂ ਗੱਲਾਂ ਇਹ ਤੇ ਹੋ ਗਈਆਂ, ਸੁਪਨਾ ਹੀ ਹੋ ਗਈਆਂ ਇਹ ਗੱਲਾਂ। ਅੱਜ ਉਹਨਾਂ ਘੋੜਿਆਂ ਵਾਸਤੇ ਘਾਹ ਦੀ ਇੱਕ ਮੁੱਠ ਦੇਣੀ ਬੜੀ ਮੁਸੀਬਤ ਵਾਲੀ ਗੱਲ। ਇਸ ਤਰ੍ਹਾਂ ਦਾ ਭਿਆਨਕ ਸਮਾਂ ਬਣਿਆ ਹੈ। ਅਤੇ ਉਹਨਾਂ ਵਿਚਾਰਿਆਂ ਘੋੜਿਆਂ ਨੂੰ, ਜਾਨਵਰਾਂ ਨੂੰ ਕੁਝ ਵੀ ਖਾਣ ਵਾਸਤੇ ਬੱਧਿਆਂ ਨੂੰ ਕੁਝ ਨਹੀਂ ਮਿਲਦਾ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਦੇ ਘੋੜੇ ਬੜੇ ਕਮਜ਼ੋਰ ਹੋ ਗਏ, ਮਾਸ ਵੀ ਉਹਨਾਂ ਘੋੜਿਆਂ ਦੇ ਸੁੱਕ ਗਏ। ਜਦੋਂ ਖੁਰਾਕ ਨਹੀਂ ਮਿਲੇਗੀ ਤੇ ਸਰੀਰ ਸੁੱਕ ਜਾਏਗਾ ਨਾ, ਕਮਜ਼ੋਰ ਹੋ ਜਾਏਗਾ। ਕਿੱਥੇ ਉਹਨਾਂ ਨੂੰ ਨਿਹਾਰੀਆਂ ਦਿੱਤੀਆਂ ਜਾਂਦੀਆਂ ਸਨ, ਚੂਰੀਆਂ ਦਿੱਤੀਆਂ ਜਾਂਦੀਆਂ, ਤੇ ਰਿਸ਼ਟ ਪੁਸ਼ਟ ਤੇ ਤਗੜੇ ਘੋੜੇ ਛਾਲਾਂ ਮਾਰ ਪਹਾੜੀਆਂ ਚੜ੍ਹ ਜਾਂਦੇ। ਕਿੱਥੇ ਅੱਜ ਉਹ ਵਿਚਾਰੇ ਘੋੜੇ ਸੁੱਕੇ ਪਏ, ਹੱਡ ਉਹਨਾਂ ਦੇ ਨਿਕਲ ਆਏ, ਖਾਣ ਵਾਸਤੇ ਕੋਈ ਉਹਨਾਂ ਨੂੰ ਖੁਰਾਕ ਨਹੀਂ ਮਿਲਦੀ ਹੈ। ਗੁਰਮੁਖੋ ਇਹ ਤੇ ਘੋੜਿਆਂ ਦੀ ਹਾਲਤ ਦੱਸੀ ਹੈ, ਬਿਲਕੁਲ ਐਸੇ ਤਰ੍ਹਾਂ ਦੀ ਹਾਲਤ ਮਹਾਰਾਜ ਦੇ ਹਾਥੀਆਂ ਦੀ ਵੀ ਬਣ ਗਈ। ਹਾਥੀ ਵੀ ਰੱਖੇ ਹੋਏ ਨਾ ਮਹਾਰਾਜ ਜੀਆਂ ਨੇ, ਹੁਣ ਹਾਥੀਆਂ ਨੂੰ ਵੀ ਖੁਰਾਕ ਨਹੀਂ ਮਿਲਦੀ, ਉਹ ਵੀ ਜਾਨਵਰ ਵਿਚਾਰੇ ਭੁੱਖ ਦੇ ਨਾਲ ਬੜੇ ਕਮਜ਼ੋਰ, ਹੱਡ ਨਿਕਲ ਆਏ, ਬੜੇ ਲਿੱਸੇ ਹੋ ਗਏ ਹਨ। ਗੁਰਮੁਖੋ ਮਹਾਰਾਜ ਦੇ ਕੋਲ ਐਸੇ ਕੀਮਤੀ ਘੋੜੇ, ਐਸੇ ਕੀਮਤੀ ਹਾਥੀ ਸਨ ਵੀ ਜੇ ਕੋਈ ਬੰਦਾ ਲੱਖਾਂ ਰੁਪਈਆ ਖਰਚ ਕੇ ਵੀ ਚਾਹਵੇ ਨਾ, ਤੇ ਤਾਂ ਵੀ ਇਹੋ ਜਿਹੇ ਘੋੜੇ ਹੱਥ ਨਹੀਂ ਸਨ ਆ ਸਕਦੇ, ਮਿਲ ਹੀ ਨਹੀਂ ਸਨ ਸਕਦੇ। ਇਸ ਤਰ੍ਹਾਂ ਦੇ ਪ੍ਰਸਾਦੀ ਹਾਥੀ ਵਰਗੇ ਹਾਥੀ ਕਿੱਥੋਂ ਮਿਲ ਜਾਣਗੇ, ਭਾਵੇਂ ਕੋਈ ਕਿੰਨਾ ਵੀ ਧਨ ਕਿਉਂ ਨਾ ਖਰਚ ਦੇਵੇ। ਮਹਾਰਾਜ ਦੇ ਕੋਲ ਬੇਕੀਮਤੀ ਜਿਹੜੇ ਸਨ, ਜਿਨ੍ਹਾਂ ਘੋੜਿਆਂ ਦੀ ਕੀਮਤ ਕੋਈ ਦੇ ਲੈ ਨਹੀਂ ਸਕਦਾ ਹੈ, ਜਿਹੜੇ ਹਾਥੀਆਂ ਦੀ ਕੀਮਤ ਕੋਈ ਪਾ ਨਹੀਂ ਸਕਦਾ ਹੈ, ਐਸੇ ਹਾਥੀ ਤੇ ਘੋੜੇ ਜਿਹੜੇ ਮਹਾਰਾਜ ਦੇ ਘਰ ਸੇਵਾ ਕਰਦੇ, ਅੱਜ ਖੁਰਾਕ ਨਾ ਮਿਲਣ ਕਰਕੇ ਬੜੇ ਕਮਜ਼ੋਰ ਹੋ ਗਏ ਹਨ। ਨਾ ਵਿਚਾਰਿਆਂ ਨੂੰ ਖਾਣ ਵਾਸਤੇ ਘਾਹ, ਨਾ ਉਹਨਾਂ ਨੂੰ ਦਾਣਾ, ਵਿਚਾਰੇ ਸੁੱਕੇ ਖੜੇ ਘੋੜੇ ਤੇ ਹਾਥੀ ਸੁੱਕ ਗਏ ਹਨ। ਜਿਹੜੇ ਉਹਨਾਂ ਘੋੜਿਆਂ ਦੀ ਰਾਖੀ ਕਰਨ ਵਾਸਤੇ ਮਹਾਰਾਜ ਨੇ ਰੱਖੇ ਸਨ ਤਬੇਲਿਆਂ ਦੇ ਵਿੱਚ, ਮਹਾਰਾਜ ਦੇ ਸੇਵਾਦਾਰ, ਘੋੜਿਆਂ ਨੂੰ ਪਾਲਣ ਵਾਲੇ, ਹਾਥੀਆਂ ਨੂੰ ਪਾਲਣ ਵਾਲੇ, ਜਾਨਵਰ ਤੇ ਭੁੱਖੇ ਹਨ। ਉਹਨਾਂ ਦੀ ਰੱਖਿਆ ਕਰਨ ਵਾਲੇ ਸੇਵਾਦਾਰ, ਉਹ ਵੀ ਵਿਚਾਰੇ ਭੁੱਖੇ। ਸੇਵਾਦਾਰਾਂ ਨੂੰ ਵੀ ਕੁਝ ਨਹੀਂ ਛਕਣ ਵਾਸਤੇ ਕੋਈ ਭੋਜਨ ਪ੍ਰਸ਼ਾਦਾ ਨਹੀਂ ਮਿਲਦਾ ਹੈ। ਉਹਨਾਂ ਸੇਵਾਦਾਰਾਂ ਦੇ ਸਰੀਰ ਵੀ ਵਿਚਾਰਿਆਂ ਦੇ ਲਿੱਸੇ ਹੋ ਗਏ, ਪਤਲੇ, ਬੜੇ ਕਮਜ਼ੋਰ। ਸੇਵਾਦਾਰ ਜਿਹੜੇ ਸੇਵਾ ਕਰਦੇ ਪਏ, ਉਹ ਵੀ ਭੁੱਖ ਦੇ ਨਾਲ ਦਿਨ ਕੱਟਦੇ ਹਨ। ਤੇ ਗੁਰਮੁਖੋ ਬੰਦਾ ਭਾਵੇਂ ਕਿੱਡਾ ਵੀ ਤਗੜਾ ਕਿਉਂ ਨਾ ਹੋਵੇ, ਸਰੀਰ ਕਿੰਨਾ ਵੀ ਉੱਚਾ ਲੰਮਾ ਜਵਾਨ ਕਿਉਂ ਨਾ ਹੋਵੇ, ਜਵਾਨੀ ਭਾਵੇਂ ਕਿੰਨੀ ਵੀ ਭਰ ਕੇ ਕਿਉਂ ਨਾ ਆਈ ਹੋਵੇ, ਪਰ ਜੇ ਪ੍ਰਸ਼ਾਦਾ ਨਹੀਂ ਨਾ ਮਿਲਿਆ ਛਕਣ ਵਾਸਤੇ ਤੇ ਫਿਰ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਹ ਜਿਹੜੇ ਸੇਵਾਦਾਰ ਮਹਾਰਾਜ ਦੇ ਫੌਜ ਦੇ ਵਿੱਚ ਭਰਤੀ ਜਿਹੜੀਆਂ ਫੌਜਾਂ ਨੇ, ਭਾਵੇਂ ਕਿ ਤਗੜੇ ਸਰੀਰ ਨੇ, ਪਰ ਕਈ ਦਿਨਾਂ ਤੋਂ ਪ੍ਰਸ਼ਾਦਾ ਨਾ ਮਿਲਣ ਕਰਕੇ ਸਾਰਿਆਂ ਦੇ ਸਰੀਰ ਬੜੇ ਕਮਜ਼ੋਰ ਤੇ ਦੁਰਬਲ ਹੋ ਗਏ ਹਨ। ਸਾਰਿਆਂ ਸਿੰਘਾਂ ਦੀ ਗੁਰਮੁਖੋ, ਕੱਲਾ ਇਹ ਨਹੀਂ ਵੀ ਘੋੜਿਆਂ ਨੂੰ ਜਿਹੜੇ ਸਾਂਭਣ ਵਾਲੇ ਵੀ ਉਹੀ ਕਮਜ਼ੋਰ ਨੇ, ਜਾਂ ਹਾਥੀਆਂ ਦੇ ਸੇਵਾਦਾਰ ਜਿਹੜੇ ਸਨ ਵੀ ਉਹਨਾਂ ਨੂੰ ਖੁਰਾਕ ਨਹੀਂ ਮਿਲੀ ਵੀ ਉਹੀ ਕਮਜ਼ੋਰ ਹੋ ਗਏ। ਆਨੰਦਪੁਰ ਸਾਹਿਬ ਨੂੰ ਘੇਰਾ ਪਿਆ, ਮੁਗਲਾਂ ਨੇ ਐਸਾ ਜ਼ਬਰਦਸਤ ਘੇਰਾ ਪਾਇਆ, ਮਹਾਰਾਜ ਦੇ ਸਾਰੇ ਸਿੰਘਾਂ ਦੀ ਐਸੀ 8 ਮਹੀਨੇ ਦਾ ਲੰਮਾ ਘੇਰਾ ਬਣਿਆ ਰਿਹਾ ਆਨੰਦਪੁਰ ਸਾਹਿਬ ਨੂੰ। ਸਾਰੇ ਸਿੰਘ ਬੜੇ ਭਾਰੀ ਕਮਜ਼ੋਰ ਹੋ ਗਏ ਹਨ। ਤੇ ਇਹ ਭੁੱਖ ਦਾ ਦੁੱਖ ਤੇ ਗੁਰਮੁਖੋ ਸਾਰਿਆਂ ਨੂੰ ਬਰਾਬਰ ਹੀ ਹੈ, ਭਾਵੇਂ ਜਾਨਵਰ ਹੈ, ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ। ਹਾਥੀ ਨੇ, ਉਹ ਵੀ ਵਿਚਾਰੇ ਭੁੱਖ ਨਾਲ ਤੜਫਦੇ ਪਏ, ਤੇ ਜਿਹੜੇ ਮਨੁੱਖ ਨੇ ਉਹਨਾਂ ਦੀ ਸੇਵਾ ਕਰਨ ਵਾਲੇ ਸੇਵਾਦਾਰ, ਉਹ ਵੀ ਭੁੱਖ ਦੇ ਨਾਲ ਤੜਫਦੇ ਪਏ। ਮਹਾਰਾਜ ਦੀ ਫੌਜ ਵਿੱਚ ਭਰਤੀ ਸਿੰਘ ਜਿਹੜੇ ਨੇ, ਉਹ ਵੀ ਭੁੱਖ ਦਾ ਬੜਾ ਭਾਰੀ ਕਸ਼ਟ ਸਹਾਰਦੇ ਹਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਕਈ ਦਿਨ ਇਹਨਾਂ ਸਿੰਘਾਂ ਨੇ, ਸੇਵਾਦਾਰਾਂ ਨੇ, ਜਾਨਵਰਾਂ ਨੇ ਭੁੱਖੇ ਰਹਿੰਦਿਆਂ ਬਤੀਤ ਕੀਤੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਦਿਨ ਨਾ ਥੋੜਾ ਜਿਹਾ ਟਹਿਲਣ ਵਾਸਤੇ ਆਪਣੇ ਘਰ ਵਿੱਚੋਂ ਬਾਹਰ ਨਿਕਲੇ। ਸਤਿਗੁਰੂ ਚਲਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਇਹ ਘੋੜਿਆਂ ਦਾ ਤਬੇਲਾ ਹੈ, ਜਿਸ ਪਾਸੇ ਹਾਥੀ ਬੱਧੇ ਸਨ।
ਚਲਦਿਆਂ ਚਲਦਿਆਂ ਮਹਾਰਾਜ ਉੱਥੇ ਪਹੁੰਚ ਗਏ ਹਨ। ਆਜ ਤਰੰਗ ਮਤੰਗ ਪਵੇਲਾ ਮਹਾਰਾਜ ਜੀਆਂ ਦੇ ਜਿੱਥੇ ਖਾਸ ਖਾਸ ਘੋੜੇ ਜਿਨ੍ਹਾਂ ਦੀ ਸਵਾਰੀ ਮਹਾਰਾਜ ਕਰਦੇ, ਜਾਂ ਮਹਾਰਾਜ ਜੀਆਂ ਦੇ ਪਿਆਰੇ ਸਿੰਘ ਭਾਈ ਦਇਆ ਸਿੰਘ ਵਰਗੇ, ਭਾਈ ਧਰਮ ਸਿੰਘ ਵਰਗੇ, ਭਾਈ ਉਦੈ ਸਿੰਘ ਵਰਗੇ ਮਹਾਰਾਜ ਜੀਆਂ ਦੇ ਸਿੰਘ ਜਿਨ੍ਹਾਂ ਘੋੜਿਆਂ ਦੀ ਸਵਾਰੀ ਕਰਦੇ, ਉਹ ਵਿਸ਼ੇਸ਼ ਘੋੜੇ ਇੱਕ ਤਬੇਲੇ ਵਿੱਚ ਬੱਧੇ ਹੋਏ, ਜਿੱਥੇ ਬੜੇ ਮਹਿੰਗੇ ਹਾਥੀ ਬੱਧੇ ਹੋਏ ਨੇ, ਮਹਾਰਾਜ ਜੀ ਉੱਥੇ ਚੱਲ ਕੇ ਪਹੁੰਚੇ ਹਨ। ਜਿਨ ਪਰ ਬੀਤਿਓ ਕਾਲ ਦੁਹੇਲਾ ਇਹਨਾਂ ਹਾਥੀ ਘੋੜਿਆਂ ਦੇ ਉੱਪਰ ਬੜਾ ਭਾਰੀ ਇਸ ਵੇਲੇ ਮੁਸ਼ਕਲ ਦਾ ਸਮਾਂ, ਬਿਪਤਾ ਦਾ ਸਮਾਂ, ਸੰਕਟ ਦਾ ਸਮਾਂ ਇਹਨਾਂ ਦੇ ਉੱਪਰ ਆ ਕੇ ਪੈ ਗਿਆ ਹੈ। ਮੈਂ ਗਏ ਗੁਸਾਈ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਸਤਿਗੁਰਾਂ ਦੇ ਘੋੜੇ ਮਹਾਰਾਜ ਨੂੰ ਬੜਾ ਪਿਆਰ ਕਰਦੇ ਅਤੇ ਸਤਿਗੁਰੂ ਮਹਾਰਾਜ ਘੋੜਿਆਂ ਨੂੰ ਬੜਾ ਪਿਆਰ ਕਰਦੇ। ਜਿਸ ਵੇਲੇ ਚਲਦਿਆਂ ਚਲਦਿਆਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜਿਆਂ ਵਾਲੇ ਤਬੇਲੇ ਦੇ ਵਿੱਚ ਪਹੁੰਚੇ ਹਨ। ਹੋਰ ਹੋਰ ਹੈ ਰਿਤ ਹੈ ਨਾਈ ਹੇਰ ਹੇਰ ਵੇਖ ਵੇਖ ਕੇ ਘੋੜੇ ਨਾ ਮਹਾਰਾਜ ਜੀਆਂ ਨੂੰ, ਘੋੜਾ ਇੱਕ ਜਾਨਵਰ ਐਸਾ ਹੈ ਜਿਹੜਾ ਆਪਣੇ ਮਾਲਕ ਨੂੰ ਬੜਾ ਪਿਆਰ ਕਰਦਾ ਔਰ ਬੜਾ ਵਫਾਦਾਰ ਜਾਨਵਰ ਮੰਨਿਆ ਹੈ ਘੋੜੇ ਨੂੰ। ਜਦੋਂ ਮਹਾਰਾਜ ਜੀ ਪਹੁੰਚੇ ਤਬੇਲੇ ਦੇ ਵਿੱਚ, ਇਹ ਸਾਰੇ ਘੋੜੇ ਮਹਾਰਾਜ ਵੱਲ ਵੇਖ ਕੇ ਹਿਣਕਣ ਲੱਗ ਪਏ। ਮੰਨ ਲਓ ਕਿ ਮਹਾਰਾਜ ਨੂੰ ਕਹਿੰਦੇ ਹੋਣ ਵੀ ਸਤਿਗੁਰੂ ਭੁੱਖ ਬੜੀ ਲੱਗੀ ਹੈ, ਸਾਡੇ ਸੋ ਭੋਜਨ ਦਾ ਆਪ ਜੀ ਕੋਈ ਇੰਤਜ਼ਾਮ ਕਰੋ। ਮੰਨ ਲਓ ਵੀ ਇਹ ਘੋੜੇ ਇਸ ਤਰ੍ਹਾਂ ਫਰਿਆਦ ਹੀ ਕਰਦੇ ਹੋਣ ਮਹਾਰਾਜ ਜੀਆਂ ਨੂੰ ਵੇਖ ਕੇ, ਇਹ ਜਿਹੜੇ ਘੋੜੇ ਨੇ ਉਸ ਵੇਲੇ ਹਿਣਕਣ ਲੱਗੇ ਹਨ, ਮਹਾਰਾਜ ਨੂੰ ਵਿਖਾਉਣ ਲੱਗੇ ਨੇ ਵੀ ਮਹਾਰਾਜ ਬੜਾ ਭੁੱਖ ਦਾ ਦੁੱਖ ਸਾਡੇ ਉੱਪਰ ਬਣਿਆ ਹੈ। ਘਰ ਪਰ ਖੋਰ ਹੱਥ ਸ਼ਬਦ ਉਠਾਵਾ ਉਸ ਵੇਲੇ ਘੋੜਿਆਂ ਨੇ ਮਹਾਰਾਜ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ, ਇਹ ਘੋੜੇ ਬੜੇ ਜ਼ੋਰ ਜ਼ੋਰ ਦੀ ਆਪਣੇ ਜਿਹੜੇ ਖੁਰ ਸਨ ਨਾ ਧਰਤੀ ਤੇ ਮਾਰਨ ਲੱਗ ਪਏ, ਪੌੜ ਮਾਰਨ ਲੱਗ ਪਏ ਵੀ ਅਸੀਂ ਪੌੜ ਧਰਤੀ ਤੇ ਮਾਰਾਂਗੇ ਤੇ ਖੜਕੇ ਦੀ ਆਵਾਜ਼ ਆਵੇਗੀ, ਸਤਿਗੁਰੂ ਸਾਡੇ ਵੱਲ ਵੇਖਣਗੇ, ਸਾਡੇ ਵੱਲ ਵੇਖ ਕੇ ਮਹਾਰਾਜ ਜੀਆਂ ਨੂੰ ਤਰਸ ਆਵੇਗਾ। ਇਹ ਜਾਨਵਰ ਘੋੜਾ ਬੜਾ ਸਿਆਣਾ ਹੈ, ਪੌੜ ਮਾਰ ਮਾਰ ਕੇ ਧਰਤੀ ਤੇ ਸ਼ੋਰ ਕੀਤਾ ਹੈ ਕਿ ਸਤਿਗੁਰੂ ਅਸੀਂ ਭੁੱਖ ਦੇ ਨਾਲ ਬੜੇ ਦੁਖੀ ਹਾਂ। ਹਿਣਕ ਹਿਣਕ ਕੇ ਮਹਾਰਾਜ ਨੂੰ ਦੱਸਦੇ ਪਏ, ਆਪਣੀ ਭੁੱਖ ਨੂੰ ਜਨਾਉਂਦੇ ਪਏ ਹਨ। ਗੱਜ ਫੁੰਕਾਰਤ ਸੁਣ ਪਰਮਾਵਾ ਤੇ ਸਤਿਗੁਰੂ ਪਾਤਸ਼ਾਹ ਜਦੋਂ ਘੋੜਿਆਂ ਦੇ ਕੋਲ ਦੀ ਲੰਘ ਕੇ ਥੋੜਾ ਜਿਹਾ ਅੱਗੇ ਗਏ, ਅਗਲੇ ਬੰਨੇ ਮਹਾਰਾਜ ਦੇ ਪਿਆਰੇ ਹਾਥੀ ਜਿਹੜੇ ਸਨ ਉਹ ਬੱਧੇ ਹੋਏ ਸਨ। ਜਦੋਂ ਉਹਨਾਂ ਹਾਥੀਆਂ ਨੇ ਵੇਖਿਆ ਵੀ ਸਾਡੇ ਮਾਲਕ ਸਤਿਗੁਰੂ ਆ ਗਏ ਨੇ, ਉਸ ਵੇਲੇ ਹਾਥੀਆਂ ਨੇ ਵੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸੇ ਤਰ੍ਹਾਂ ਆਪਣੀ ਸੁੰਡ ਦੇ ਵਿੱਚੋਂ ਬੜੇ ਭਾਰੀ ਵੱਡੇ ਵੱਡੇ ਫੁੰਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਇਹ ਵੀ ਦੱਸਦੇ ਪਏ ਜਾਨਵਰ ਵੀ ਮਹਾਰਾਜ ਸਾਹਿਬ ਜੀ ਸਾਡੇ ਉੱਪਰ ਇਹ ਭੁੱਖ ਦਾ ਬੜਾ ਭਾਰੀ ਦੁੱਖ ਹੈ। ਇਸ ਤਰ੍ਹਾਂ ਜਿਹੜੇ ਮਹਾਰਾਜ ਦੇ ਹਾਥੀ ਨੇ ਉਹ ਵੀ ਫੁੰਕਾਰੇ ਮਾਰਦੇ ਪਏ, ਝਗਿਆੜਾ ਮਾਰਦੇ ਪਏ, ਮਹਾਰਾਜ ਨੂੰ ਵਿਖਾਉਂਦੇ ਹਨ। ਤਿਨਕੇ ਸੇਵਕ ਦੋਇ ਕਰ ਜੋੜ ਜਦੋਂ ਮਹਾਰਾਜ ਸਾਹਿਬ ਜੀ ਹਾਥੀਆਂ ਦਾ ਵੀ ਇਹ ਸਾਰਾ ਵੇਖਿਆ ਦੁੱਖ, ਇਹਨੇ ਚਿਰ ਨੂੰ ਉਹ ਸੇਵਾਦਾਰ ਜਿਹੜੇ ਸੇਵਾ ਕਰਦੇ ਸਨ ਘੋੜਿਆਂ ਦੀ ਜਾਂ ਹਾਥੀਆਂ ਦੀ, ਉਹ ਸੇਵਾਦਾਰ ਮਹਾਰਾਜ ਦੇ ਕੋਲ ਆ ਗਏ, ਹੱਥ ਜੋੜ ਕੇ ਆਖਣ ਲੱਗੇ, ਸਤਿਗੁਰੂ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦੇ ਹਾਂ। ਭਾਵੇਂ ਕਿ ਇਹ ਬੇਨਤੀ ਪਹਿਲਾਂ ਘੋੜਿਆਂ ਨੇ ਕਰ ਦਿੱਤੀ ਹੈ ਆਪਣੇ ਵੱਲੋਂ, ਪੌੜ ਮਾਰ ਮਾਰ ਕੇ ਧਰਤੀ ਤੇ ਫੁੰਕਾਰੇ ਮਾਰ ਕੇ, ਜਾਂ ਹਾਥੀਆਂ ਨੇ ਉਸ ਵੇਲੇ ਗੁੰਜਾਰ ਪਾ ਕੇ ਚੀਕਾਂ ਮਾਰ ਕੇ ਚੰਗਾਰਾ ਮਾਰ ਕੇ ਮਹਾਰਾਜ ਦੇ ਅੱਗੇ ਬੇਨਤੀ ਕਰ ਦਿੱਤੀ, ਆਪਣਾ ਦੁੱਖ ਦੱਸ ਦਿੱਤਾ ਹੈ। ਪਰ ਹੁਣ ਇਹਨਾਂ ਨੂੰ ਜਿਹਦੇ ਪਾਲਣਹਾਰ ਨੇ ਨਾ ਉਹ ਸੇਵਾਦਾਰ, ਉਹ ਆ ਗਏ, ਮਹਾਰਾਜ ਜੀ ਨੂੰ ਹੱਥ ਜੋੜ ਕੇ ਆਖਦੇ ਹਨ, ਮੇਰੇ ਕਰੀ ਲਹੈ ਸੋ ਦੁਖ ਹੋਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਨੀ ਚਾਹੁੰਦੇ ਹਾਂ। ਸਤਿਗੁਰੂ ਕਹਿਣ ਲੱਗੇ, ਚਲੋ ਭਾਈ ਦੱਸੋ ਕੀ ਕਹਿਣਾ ਹੈ। ਹੱਥ ਜੋੜ ਕੇ ਆਖਣ ਲੱਗੇ ਮਹਾਰਾਜ ਸਾਹਿਬ ਜੀ ਕਿ ਸਾਡੇ ਉੱਪਰ ਭੁੱਖ ਦਾ ਬੜਾ ਭਾਰੀ ਦੁੱਖ ਇਸ ਵੇਲੇ ਵਾਪਰਿਆ ਹੈ। ਸ੍ਰੀ ਪ੍ਰਭ ਜੀ ਅਬ ਹੈ ਹੱਥ ਪ੍ਰਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿੰਨੀ ਭੁੱਖ ਦਾ ਸਮਾਂ ਸਾਡੇ ਤੇ ਅੱਜ ਪੈ ਗਿਆ ਹੈ ਨਾ, ਸਾਨੂੰ ਨਹੀਂ ਲੱਗਦਾ ਵੀ ਅਸੀਂ ਕੱਲ ਦਾ ਸੂਰਜ ਵੇਖਾਂਗੇ। ਪਤਾ ਨਹੀਂ ਕਦੋਂ ਭੁੱਖ ਦੇ ਨਾਲ ਜਾਨ ਨਿਕਲ ਜਾਣੀ ਹੈ। ਇਹ ਘੋੜੇ ਵਿਚਾਰੇ ਆਪਣਾ ਆਪ ਲੈ ਕੇ ਖੜੇ ਨਹੀਂ ਹੋ ਸਕਦੇ, ਜੰਗ ਵਿੱਚ ਕਿਵੇਂ ਭੱਜਣਗੇ। ਹਾਥੀ ਵਿਚਾਰੇ ਭੁੱਖ ਦੇ ਨਾਲ ਤੜਫਦੇ ਪਏ। ਸਤਿਗੁਰੂ ਸਾਡੀ ਐਸੀ ਹਾਲਤ ਬਣ ਗਈ ਹੈ ਵੀ ਸਾਡੇ ਕੋਲੋਂ ਨਹੀਂ ਕੁਝ ਕੀਤਾ ਜਾ ਰਿਹਾ, ਪਤਾ ਨਹੀਂ ਇਹ ਭੁੱਖ ਦੇ ਨਾਲ ਕਦੋਂ ਪ੍ਰਾਣ ਨਿਕਲ ਜਾਣੇ, ਐਸੀ ਹਾਲਤ ਹੋਈ ਹੈ। ਬਿਨਾ ਅੰਨ ਤੇ ਜੀਵਨ ਹਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਬਿਨਾ ਅੰਨ ਤੋਂ ਜੀਵਨ ਤੇ ਨਾਸ ਹੀ ਹੈ ਨਾ, ਕਿਉਂਕਿ ਮਹਾਰਾਜ ਜੀਆਂ ਦਾ ਬਚਨ ਹੈ ਕਿ ਇਹ ਜਿਹੜਾ ਸਰੀਰ ਹੈ 3.5 ਮਣ ਦਿਹੋਰੀ ਚੱਲੈ, ਪਾਣੀ ਅੰਨ, ਜਿਵੇਂ ਗੱਡੀ ਤੇਲ ਤੇ ਚੱਲਦੀ ਹੈ, ਗੈਸ ਤੇ ਚੱਲਦੀ ਹੈ,
ਇਹ ਮਨੁੱਖ ਦਾ ਸਰੀਰ ਰਾਸ਼ਨ ਦੇ ਆਸਰੇ ਚੱਲਦਾ, ਭੋਜਨ ਦੇ ਆਸਰੇ। ਜੇ ਭੋਜਨ ਨਹੀਂ ਮਿਲੇਗਾ ਤੇ ਸਰੀਰ ਇੱਕ ਦਿਨ ਖਤਮ ਹੋ ਜਾਣਾ। ਸਤਿਗੁਰੂ ਪਾਤਸ਼ਾਹ ਐਸਾ ਸਮਾਂ ਬਣਿਆ ਹੈ। ਭੋਜਨ ਦਿਓ ਕੇ ਦਿਓ ਸੰਤੋਸ਼ਾ। ਸੇਵਾਦਾਰ ਮਹਾਰਾਜ ਦੇ ਅੱਗੇ ਬੇਨਤੀ ਕਰਦੇ, ਸਤਿਗੁਰੂ ਦੋ ਹੀ ਗੱਲਾਂ ਇਸ ਵੇਲੇ ਹੋ ਸਕਦੀਆਂ, ਜਾਂ ਤੇ ਆਪ ਜੀ ਐਸੀ ਕਿਰਪਾ ਕਰੋ ਵੀ ਸਾਡੇ ਛਕਣ ਵਾਸਤੇ ਭੋਜਨ ਦਾ ਪ੍ਰਬੰਧ ਕਰ ਦਿਓ, ਸਾਨੂੰ ਵੀ ਪ੍ਰਸ਼ਾਦਾ ਮਿਲ ਜਾਵੇ, ਇਹ ਬੇਜ਼ਬਾਨੇ ਜਾਨਵਰਾਂ ਨੂੰ ਵੀ ਮਿਲ ਜਾਵੇ ਖੁਰਾਕ ਖਾਣ ਵਾਸਤੇ ਮਹਾਰਾਜ, ਜਾਂ ਤੇ ਭੋਜਨ ਦੇ ਦਿਓ। ਤੇ ਜਾਂ ਫਿਰ ਦੂਜੀ ਬੇਨਤੀ ਇਹ ਹੈ, ਜੇ ਭੋਜਨ ਨਹੀਂ ਨਾ ਦੇ ਸਕਦੇ ਫਿਰ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਸੰਤੋਖ ਬਖਸ਼ਿਸ਼ ਕਰ ਦਿਓ। ਕਿੱਡਾ ਵੱਡਾ ਬਚਨ ਹੈ, ਕਿਉਂਕਿ ਮਹਾਰਾਜ ਸੰਤੋਖ ਵੀ ਤੁਹਾਡੇ ਕੋਲ ਹੀ ਹੈ। ਜਾਂ ਤੇ ਸਾਡੇ ਤੇ ਇਹ ਰਹਿਮਤ ਕਰੋ ਕਿ ਸਾਨੂੰ ਸੰਤੋਖ ਮਿਲ ਜਾਵੇ, ਭੁੱਖ ਲੱਗੇ ਹੀ ਨਾ, ਭੁੱਖ ਦਾ ਦੁੱਖ ਸਾਨੂੰ ਲੱਗੇ ਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਮਹਾਰਾਜ ਉਹ ਅਵਸਥਾ ਬਣਾ ਦਿਓ ਵੀ ਭੁੱਖ ਹੋਵੇ ਪਰ ਭੁੱਖ ਦਾ ਦੁੱਖ ਭੁੱਖ ਕਰਕੇ ਲੱਗੇ ਹੀ ਨਾ। ਐਸੀ ਮਹਾਰਾਜ ਕਿਰਪਾ ਕਰੋ ਜਿਸ ਤੇ ਹਮਕੋ ਹੋਏ ਭਰੋਸਾ। ਤੇ ਸਤਿਗੁਰੂ ਪਾਤਸ਼ਾਹ ਸਾਡਾ ਭਰੋਸਾ ਬਣਿਆ ਰਵੇ। ਜੇ ਸਾਡੀ ਭੁੱਖ ਐਸੇ ਤਰ੍ਹਾਂ ਹੀ ਬਣੀ ਰਹੀ ਤੇ ਮਹਾਰਾਜ ਇੱਕ ਦਿਨ ਭਰੋਸਾ ਵੀ ਟੁੱਟ ਜਾਣਾ ਹੈ, ਕਿਉਂਕਿ ਅਸੀਂ ਸੰਸਾਰੀ ਜੀਵ ਆ ਨਾ, ਕਿੰਨਾ ਕੁ ਸਮਾਂ ਟਿਕੇ ਰਵਾਂਗੇ, ਇੱਕ ਨਾ ਇੱਕ ਦਿਨ ਫਿਰ ਬੰਦੇ ਦਾ ਮਨ ਟੁੱਟ ਹੀ ਜਾਂਦਾ ਹੈ। ਭਾਈ ਮੰਝ ਜੀਆਂ ਦੀ ਪਰਖ ਕੀਤੀ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਭਾਈ ਮੰਝ ਕਹਿਣ ਲੱਗਾ, ਮਹਾਰਾਜ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ। ਸਤਿਗੁਰੂ ਕਹਿਣ ਲੱਗੇ, ਤੂੰ ਪਹਿਲਾਂ ਹੀ ਸਿੱਖ ਬਣਿਆ ਭਾਈ, ਦੁਬਾਰਾ ਨਹੀਂ ਹੋ ਸਕਦਾ ਹੈ। ਮਹਾਰਾਜ ਮੈਂ ਛੱਡ ਦਿੱਤਾ, ਤੁਹਾਨੂੰ ਗੁਰੂ ਬਣਾ ਲਿਆ। ਮਹਾਰਾਜ ਕਹਿੰਦੇ ਨਹੀਂ ਭਾਈ, ਇਸ ਤਰ੍ਹਾਂ ਨਹੀਂ ਹੈ, ਪਹਿਲਾਂ ਇੱਕ ਛੱਡੇਗਾ ਤਾਂ ਦੂਜੀ ਸਿੱਖੀ ਮਿਲੇਗੀ। ਆਪਣੇ ਘਰ ਚਲਾ ਗਿਆ, ਜਾ ਕੇ ਮੜੀ ਢਾਹ ਕੇ ਘਰੋਂ ਬਾਹਰ ਸੁੱਟ ਦਿੱਤੀ ਹੈ। ਜਾਨਵਰ ਜਿਹੜੇ ਘਰ ਵਿੱਚ ਦੁੱਧ ਦੇਣ ਵਾਲੇ ਸਨ, ਮੱਝਾਂ ਗਾਵਾਂ, ਉਹ ਵਿਚਾਰੀਆਂ ਕੁਝ ਮਰ ਗਈਆਂ, ਕੁਝ ਬਿਮਾਰ ਹੋ ਗਈਆਂ। ਬਾਹਰ ਫਸਲ ਵੀ ਜਿਹੜੀ ਆ ਉਹ ਖਰਾਬ ਹੋ ਗਈ। ਆਂਢੀ ਗੁਆਂਢੀ ਲੋਕ ਕਹਿਣ ਲੱਗ ਪਏ, ਉਹ ਭਾਈ ਮੰਝ ਇਹ ਪੀਰ ਤੇਰੇ ਤੇ ਕਰੋਪ ਹੋ ਗਿਆ ਹੈ, ਤਾਂ ਤੇਰੇ ਤੇ ਐਸਾ ਸਮਾਂ ਬਣਿਆ। ਕਹਿਣ ਲੱਗਾ ਨਹੀਂ, ਮੈਨੂੰ ਮਹਾਰਾਜ ਤੇ ਭਰੋਸਾ, ਜੋ ਮਰਜ਼ੀ ਹੋਵੇ, ਹੁਣ ਡਰ ਨਹੀਂ ਛੱਡਾਂਗਾ। ਜਦੋਂ ਬਹੁਤੀ ਅਤਿਅੰਤ ਗਰੀਬੀ ਆ ਗਈ, ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਗੁਰੂ ਅਰਜਨ ਦੇਵ ਪਾਤਸ਼ਾਹ ਪਰਖ ਕਰਨ ਵਾਸਤੇ। ਸਿੱਖ ਨੂੰ ਆਖਿਆ, ਕਹਿਣ ਲੱਗੇ ਪਹਿਲਾਂ ਉਹਦੇ ਕੋਲੋਂ ਮਾਇਆ ਲੈਣੀ ਹੈ, ਫਿਰ ਉਸ ਨੂੰ ਹੁਕਮਨਾਮਾ ਦੇਣਾ ਹੈ। ਜਦੋਂ ਹੁਕਮਨਾਮਾ ਲੈ ਕੇ ਸਿੱਖ ਪਹੁੰਚਿਆ, ਭਾਈ ਮੰਝ ਨੂੰ ਸੁਨੇਹਾ ਮਿਲਿਆ, ਭਾਈ ਮੰਝ ਕੁਝ ਮਾਇਆ ਪਹਿਲਾਂ ਗੁਰੂ ਘਰ ਜਮ੍ਹਾਂ ਕਰਵਾਵੇਂਗਾ ਤੇ ਫਿਰ ਇਹ ਤੈਨੂੰ ਹੁਕਮ ਮਿਲੇਗਾ। ਉਸ ਵੇਲੇ ਭਾਈ ਮੰਝ ਜੀਆਂ ਨੇ ਆਪਣੀ ਘਰਵਾਲੀ ਨੂੰ ਕਿਸੇ ਸ਼ਾਹੂਕਾਰ ਦੇ ਘਰ ਵਿੱਚ ਗਿਰਵੀ ਰਖਾ ਦਿੱਤਾ ਕਿ ਇਹ ਤੇਰੇ ਘਰੇ ਨੌਕਰੀ ਦਾ ਨੌਕਰ ਬਣ ਕੇ ਕੰਮ ਕਰਿਆ ਕਰੇਗੀ, ਪੋਚਾ ਵਗੈਰਾ ਲਾਉਣਾ, ਪ੍ਰਸ਼ਾਦੇ ਝਾੜੂ ਕਰਨਾ, ਇਹ ਸਾਫ ਸਫਾਈ ਦਾ ਕੰਮ ਕਰੇਗੀ, ਪਰ ਇਹਦੇ ਵਾਸਤੇ ਤੂੰ ਮੈਨੂੰ ਧਨ ਦੇ, ਮੇਰੇ ਗੁਰੂ ਦਾ ਹੁਕਮ ਆਇਆ, ਮੈਂ ਉਹ ਲੈਣਾ ਹੈ। ਆਪਣੀ ਲੜਕੀ ਨੂੰ ਵੀ ਕਿਤੇ ਇਸ ਤਰ੍ਹਾਂ ਹੀ ਕਿਸੇ ਦੇ ਘਰ ਵਿੱਚ ਕੰਮ ਦਵਾ ਕੇ ਫਿਰ ਪੈਸੇ ਲੈ ਕੇ ਹੁਕਮਨਾਮਾ ਮਹਾਰਾਜ ਦਾ ਲਿਆ। ਉਹਦੇ ਵਿੱਚ ਲਿਖਿਆ ਮਹਾਰਾਜ ਨੇ ਵੀ ਸਾਡੇ ਕੋਲ ਆ ਜਾਓ। ਮਹਾਰਾਜ ਦੇ ਕੋਲ ਚਲਾ ਗਿਆ, ਸੇਵਾ ਕਰਦਾ, ਨਾਲ ਪ੍ਰਸ਼ਾਦਾ ਵੀ ਛਕਦਾ। ਮਹਾਰਾਜ ਕਹਿਣ ਲੱਗੇ, ਭਾਈ ਮੰਝ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿਣ ਲੱਗਾ ਜੀ ਲੰਗਰ ਵਿੱਚੋਂ। ਮਹਾਰਾਜ ਕਹਿਣ ਲੱਗੇ ਫਿਰ ਤੇ ਗੱਲ ਬਰਾਬਰ ਹੀ ਹੈ, ਨਾਲ ਸੇਵਾ ਕਰਦਾ ਨਾਲ ਪ੍ਰਸ਼ਾਦਾ ਛਕ ਲੈਂਦਾ, ਬਰਾਬਰ ਹੀ ਹੈ। ਜਿੰਨੀ ਕੁ ਮਜ਼ਦੂਰੀ ਕਰਦਾ ਉਨੀ ਕੁ ਨਾਲ ਕੀਮਤ ਵੀ ਲੈ ਲੈਂਦਾ। ਹੁਣ ਭਾਈ ਮੰਝ ਜੀਆਂ ਨੇ ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ। ਸੰਗਤ ਪ੍ਰਸ਼ਾਦਾ ਛਕਦੀ ਹੈ, ਜਿਹੜੀ ਝੂਠ ਵੱਜ ਜਾਂਦੀ ਹੈ ਉਹ ਭਾਈ ਮੰਝ ਹੀ ਖਾ ਲੈਂਦੇ। ਸੇਵਾ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਮਹਾਰਾਜ ਨੇ ਫਿਰ ਪੁੱਛਿਆ ਇੱਕ ਦਿਨ, ਭਾਈ ਮੰਝ ਇਹ ਪ੍ਰਸ਼ਾਦਾ ਹੁਣ ਕਿਵੇਂ ਛਕਦਾ ਹੈ? ਕਹਿਣ ਲੱਗਾ, ਮਹਾਰਾਜ ਮੈਂ ਪ੍ਰਸ਼ਾਦਾ ਸੰਗਤ ਦੀ ਝੂਠ ਇਕੱਠੀ ਕਰਕੇ ਛਕ ਲੈਂਦਾ। ਪਾਤਸ਼ਾਹ ਕਹਿਣ ਲੱਗੇ, ਜਦੋਂ ਝੂਠ ਛਕਦਾ ਉਦੋਂ ਸਾਨੂੰ ਚੇਤੇ ਕਰ ਲੈਣਾ, ਉਹ ਲੋਕਾਂ ਦੀ ਝੂਠ ਤੂੰ ਸਾਡੇ ਮੂੰਹ ਵਿੱਚ ਪਾਈ ਜਾਂਦਾ ਹੈ, ਸਾਨੂੰ ਤੇ ਇਹ ਝੂਠ ਮਨਜ਼ੂਰ ਨਹੀਂ ਹੈ। ਫਿਰ ਵੇਖਿਆ ਵੀ ਮਹਾਰਾਜ ਹੋਰ ਕਸਵੱਟੀ ਲਾਉਂਦੇ ਪਏ। ਹੁਣ ਇੱਕ ਪੰਡ ਲੱਕੜਾਂ ਦੀ ਲਿਆ ਕੇ ਬਾਜ਼ਾਰ ਦੇ ਵਿੱਚ ਵੇਚ ਕੇ ਜਿਹੜਾ ਪੈਸਾ 2 ਪੈਸੇ ਮਿਲਣੇ, ਹੁਣ ਉਹਦਾ ਪ੍ਰਸ਼ਾਦਾ ਛਕਦੇ, ਬਾਕੀ ਸਾਰਾ ਦਿਨ ਸੇਵਾ ਕਰਦੇ ਰਹਿੰਦੇ। ਫਿਰ ਜਿਸ ਵੇਲੇ ਖੂਹ ਵਿੱਚ ਡਿੱਗ ਪਏ ਭਾਈ ਮੰਝ ਜੀ, ਸਤਿਗੁਰਾਂ ਨੇ ਜਾ ਕੇ ਕੱਢਿਆ। ਪਰਖ ਵਿੱਚ ਭਾਈ ਮੰਝ ਜੀ ਪੂਰੇ ਉਤਰੇ ਤੇ ਮਹਾਰਾਜ ਬੜੇ ਖੁਸ਼ ਹੋਏ। ਜਦੋਂ ਬੇਅੰਤ ਖੁਸ਼ ਹੋਏ ਨਾ ਮਹਾਰਾਜ, ਸਤਿਗੁਰੂ ਕਹਿਣ ਲੱਗੇ, ਭਾਈ ਮੰਝ ਮੰਗ ਕੀ ਚਾਹੀਦਾ ਹੈ? ਜੋ ਮੰਗੇਗਾ ਅੱਜ ਮਿਲੇਗਾ। ਤੇਰੇ ਤੇ ਪਰਖ ਲਾਈ, ਤੂੰ ਪੂਰਾ ਉਤਰਿਆ ਹੈ। ਉਸ ਵੇਲੇ ਭਾਈ ਮੰਝ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰੇ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ ਹੈ, ਪਰ ਤੁਹਾਡੇ ਬਚਨ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਮੈਂ ਸਰਬੱਤ ਦੇ ਭਲੇ ਦਾ ਬਚਨ ਕਰਨ ਲੱਗਾ ਹਾਂ। ਪਾਤਸ਼ਾਹ ਕਹਿਣ ਲੱਗੇ ਵੀ ਕਿਹੜਾ ਬਚਨ ਹੈ? ਕਹਿਣ ਲੱਗਾ, ਮਹਾਰਾਜ ਜਿਵੇਂ ਦੀ ਪਰਖ ਮੇਰੀ ਕੀਤੀ ਹੈ ਨਾ, ਕਿਰਪਾ ਕਰਕੇ ਇਸ ਤਰ੍ਹਾਂ ਦੀ ਪਰਖ ਅੱਗੇ ਤੋਂ ਨਾ ਕਰਿਓ। ਮਹਾਰਾਜ ਕਲਯੁਗ ਦਾ ਸਮਾਂ ਜੇ,
ਇੰਨੀ ਪਰਖ ਵਿੱਚ ਕਿਸੇ ਨੇ ਪੂਰੇ ਨਹੀਂ ਜੇ ਉਤਰਨਾ, ਬੰਦੇ ਦਾ ਭਰੋਸਾ ਟੁੱਟ ਜਾਂਦਾ ਹੈ। ਇਸ ਕਰਕੇ ਮਹਾਰਾਜ ਥੋੜ੍ਹੀ ਜਿਹੀ ਪਰਖ ਕਰਕੇ ਹੀ ਪਾਸ ਕਰ ਦਿਆ ਕਰੋ, ਥੋੜ੍ਹੇ ਜਿਹੇ ਨੰਬਰਾਂ ਦੇ ਪੇਪਰ ਪਾਇਆ ਕਰੋ ਤਾਂ ਕਿ ਸੌਖਾ ਹੱਲ ਹੋ ਜਾਵੇ ਅਤੇ ਤੁਹਾਡੇ ਦਰ 'ਤੇ ਅਸੀਂ ਪ੍ਰਵਾਨ ਹੋ ਜਾਈਏ। ਇੰਨੀ ਕਸਵੱਟੀ ਲਾਓਗੇ ਤੇ ਮਹਾਰਾਜ ਬੜਾ ਔਖਾ ਇਹ ਸਮਾਂ ਬਣ ਜਾਏਗਾ। ਸੋ ਇਸ ਤਰ੍ਹਾਂ ਭਾਈ ਮਨ ਜੀਆਂ ਨੇ ਸਾਰੇ ਸਿੱਖਾਂ ਦਾ ਭਲਾ ਕੀਤਾ, ਸਾਰਿਆਂ ਦਾ ਹੀ। ਮਹਾਰਾਜ ਪਰਖਣਾ ਬਹੁਤੀ ਪਾਓ, ਸੌਖਿਆਂ ਹੀ ਪਾਸ ਕਰ ਦਿਆ ਕਰੋ, ਆਪੇ ਹੀ ਬਾਂਹ ਫੜ ਕੇ ਮਹਾਰਾਜ ਕੱਢ ਲਿਆ ਕਰੋ। ਸੋ ਇਹ ਸਿੱਖ ਵੀ ਬਚਨ ਕਰਦੇ ਪਏ, ਕਹਿੰਦੇ ਮਹਾਰਾਜ ਜਾਂ ਤੇ ਕਿਰਪਾ ਇਹ ਕਰ ਦਿਓ ਵੀ ਅੰਨ ਮਿਲ ਜਾਵੇ, ਜਾਂ ਫਿਰ ਕਿਰਪਾ ਇਹ ਕਰ ਦਿਓ ਮਹਾਰਾਜ ਵੀ ਸਾਡਾ ਸੰਤੋਖ ਸਾਨੂੰ ਬਖਸ਼ਿਸ਼ ਕਰ ਦਿਓ, ਵੀ ਸਾਨੂੰ ਭੁੱਖ ਪਿਆਸ ਦਾ ਦੁੱਖ ਲੱਗੇ ਹੀ ਨਾ। ਮਹਾਰਾਜ ਕਹਿੰਦੇ ਕਿਉਂ ਭਾਈ ਇਹ ਕਾਹਤੋਂ ਮੰਗਦੇ ਪਏ ਹੋ? ਕਹਿਣ ਲੱਗੇ ਸਤਿਗੁਰੂ ਤਾਂ ਮੰਗਦੇ ਹਾਂ ਕਿਉਂਕਿ ਸਾਡਾ ਭਰੋਸਾ ਤੁਹਾਡੇ 'ਤੇ ਬਣਿਆ ਰਵੇ। ਇਹ ਨਾ ਹੋਵੇ ਵੀ ਤੁਸੀਂ ਪਰਖੀ ਇੰਨੀ ਪਾ ਦਿਓ ਕਿ ਸਾਡਾ ਭਰੋਸਾ ਹੀ ਟੁੱਟ ਜਾਵੇ। ਮਹਾਰਾਜ ਇਸ ਤਰ੍ਹਾਂ ਨਾ ਕਰਿਓ, ਅਸੀਂ ਭਾਈ ਮੰਝ ਦੇ ਵਾਂਗ ਇੰਨੀ ਕਸਵੱਟੀ ਨਹੀਂ ਜੇ ਸਾਡੇ ਕੋਲੋਂ ਝੱਲੀ ਜਾਣੀ ਹੈ। ਜਾਂ ਤੇ ਮਹਾਰਾਜ ਅੰਨ ਮਿਲੇ ਜਾਂ ਸੰਤੋਖ ਮਿਲੇ ਤਾਂ ਸਾਡਾ ਭਰੋਸਾ ਬਣਿਆ ਰਹਿਣਾ, ਨਹੀਂ ਤੇ ਮਹਾਰਾਜ ਇਹ ਕਸਵੱਟੀ ਜਿਹੜੀ ਸਹਿਣੀ ਬੜੀ ਔਖੀ ਹੈ, ਕਿਤੇ ਭਰੋਸਾ ਟੁੱਟ ਨਾ ਜਾਵੇ। ਇਹ ਕਿਰਪਾ ਕਰੋ, ਆਪ ਕਿਰਪਾਲ ਕਰੋ ਪ੍ਰਭ ਕਰਨਾ। ਸਤਿਗੁਰੂ ਪਾਤਸ਼ਾਹ ਜੀ ਆਪ ਬੜੇ ਕਿਰਪਾਲੂ ਹੋ, ਸਾਡੇ ਤੇ ਐਸੀ ਕਿਰਪਾ ਕਰੋ। ਨਰ ਘੇਰੇ ਮੈਂ ਸਭ ਤੁਮ ਸਰਨਾ। ਇਹ ਜਿੰਨੇ ਘੇਰੇ ਵਿੱਚ ਬੈਠੇ ਨੇ ਨਾ ਅਨੰਦਪੁਰ ਸਾਹਿਬ ਦੇ ਵਿੱਚ, ਇਹ ਮਹਾਰਾਜ ਸਾਰੇ ਤੁਹਾਡੀ ਸ਼ਰਨ ਵਿੱਚ ਨੇ, ਭਾਵੇਂ ਉਹ ਜਾਨਵਰ ਘੋੜੇ ਨੇ, ਭਾਵੇਂ ਹਾਥੀ ਨੇ, ਭਾਵੇਂ ਮਨੁੱਖ ਨੇ, ਤੇ ਭਾਵੇਂ ਸੇਵਾਦਾਰ ਨੇ, ਤੇ ਭਾਵੇਂ ਜੰਗ ਲੜਨ ਵਾਲੇ ਤੁਹਾਡੇ ਸਿਪਾਹੀ ਨੇ, ਸਾਰੇ ਤੁਹਾਡੀ ਸ਼ਰਨ ਵਿੱਚ ਨੇ, ਸਾਰਿਆਂ ਨੂੰ ਤੁਹਾਡਾ ਭਰੋਸਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ। ਹਾੜ ਚਾਮ ਕੇ ਤਨ ਬਨ ਰਹੇ। ਇਹਨਾਂ ਸੇਵਾਦਾਰਾਂ ਨੇ ਆਖਿਆ ਮਹਾਰਾਜ ਸਾਡੇ ਸਰੀਰ ਹੱਡ ਹੀ ਹੈ ਨਾ ਸਾਡੇ ਸਰੀਰਾਂ ਵਿੱਚ, ਤੇ ਹੱਡਾਂ ਦੇ ਉੱਪਰ ਚੰਮ ਹੈ, ਚਾਮ ਲੰਬੇਟਾ ਹਾੜ ਬਾਣੀ ਦਾ ਬਚਨ ਵੀ ਹੈ। ਮਹਾਰਾਜ ਇਹ ਜਿਹੜੇ ਸਰੀਰ ਨੇ ਚੰਮ ਤੇ ਹੱਡ ਦੇ ਬਣੇ ਹੋਏ ਸਾਰੇ ਸਰੀਰ ਹਨ। ਪਲ ਪਲ ਰਕਤ ਨਾ ਰੰਚਕ ਰਹੇ। ਮਹਾਰਾਜ ਇਹ ਜਿਹੜੇ ਸਰੀਰ ਨੇ ਸੋ ਇਹ ਲਹੂ ਦੇ ਨਾਲ ਤੇ ਮਾਸ ਦੇ ਨਾਲ ਬਣੇ ਹੋਏ ਸਰੀਰ ਬਣਿਆ ਕਾਹਦਾ? ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਇਹ ਸਰੀਰ ਬਣਿਆ ਹੱਡ ਦਾ, ਮਾਸ ਦਾ, ਨਾੜੀਆਂ ਦਾ ਤੇ ਖੂਨ ਦਾ ਬਣਿਆ। ਤੇ ਪਾਤਸ਼ਾਹ ਜੇ ਪ੍ਰਸ਼ਾਦਾ ਨਹੀਂ ਮਿਲੇਗਾ ਤੇ ਖੂਨ ਕਿਵੇਂ ਬਣੇਗਾ? ਖੂਨ ਨਹੀਂ ਬਣੇਗਾ ਤੇ ਸਰੀਰ ਕਮਜ਼ੋਰ ਹੋ ਜਾਏਗਾ, ਇਹ ਮਾਸ ਵੀ ਸੁੱਕ ਜਾਏਗਾ, ਹੱਡ ਵੀ ਕਮਜ਼ੋਰ ਹੋ ਜਾਣੇ। ਪਾਤਸ਼ਾਹ ਇਹ ਸਰੀਰ ਇਸ ਤਰ੍ਹਾਂ ਦਾ ਬਣਿਆ ਹੈ। ਸਹੇ ਕਹਾਂ ਲੱਗ ਸੰਕਟ ਏਤ। ਸਤਿਗੁਰੂ ਕਿੰਨਾ ਕੁ ਚਿਰ ਇਹ ਸੰਕਟ ਅਸੀਂ ਸਵਾਂਗੇ? ਇੰਨਾ ਬਿਪਤਾ ਵਾਲਾ ਸਮਾਂ ਇਹ ਹੱਡ ਮਾਸ ਦਾ ਬਣਿਆ ਸਰੀਰ ਪਾਤਸ਼ਾਹ ਜੀ ਕਿੰਨਾ ਕੁ ਚਿਰ ਇੰਨਾ ਸੰਕਟ ਇੰਨਾ ਸਮਾਂ ਦੁੱਖ ਸਹਿ ਸਕਦਾ ਹੈ? ਨਿਤ ਸੋਖ ਬੇਤ। ਮਹਾਰਾਜ ਜੀ ਕੁਝ ਨਾ ਕੁਝ ਤੇ ਰੋਜ਼ ਛਕਣ ਵਾਸਤੇ ਚਾਹੀਦਾ ਹੀ ਹੈ। ਇਹ ਜ਼ਿੰਦਗੀ ਦਾ ਦਸਤੂਰ ਹੈ, ਜੀਵਨ ਚੱਲਦਾ ਹੀ ਹੈ ਹਿਸਾਬ ਦੇ ਨਾਲ ਪਿਆ ਹੈ ਵੀ ਕੁਝ ਨਾ ਕੁਝ ਛਕਣ ਵਾਸਤੇ ਮਿਲਦਾ ਰਹੇ ਤੇ ਸਰੀਰ ਤੁਰਿਆ ਫਿਰੇਗਾ। ਜੇ ਛਕਣਾ ਹੀ ਬੰਦ ਹੋ ਗਿਆ ਤੇ ਤੁਰਾਂਗੇ ਕਿਵੇਂ? ਮਹਾਰਾਜ ਸਾਡਾ ਸਰੀਰ ਹੱਡ ਮਾਸ ਦਾ ਬਣਿਆ ਹੈ, ਲਹੂ ਤੇ ਨਾੜੀਆਂ ਦਾ ਬਣਿਆ ਸਰੀਰ ਹੈ। ਇਹਦੀ ਖੁਰਾਕ ਭੋਜਨ ਹੈ। ਜੇ ਭੋਜਨ ਮਿਲੇਗਾ ਤੇ ਮਹਾਰਾਜ ਤਾਂ ਹੀ ਅਸੀਂ ਜੰਗ ਲੜ ਸਕਦੇ ਹਾਂ, ਤਾਂ ਹੀ ਹਾਥੀ ਘੋੜੇ ਵੀ ਭੱਜ ਸਕਦੇ। ਤੇ ਜਾਂ ਫਿਰ ਜੇ ਰਾਸ਼ਨ ਨਹੀਂ ਮਿਲਣਾ ਫਿਰ ਸਾਨੂੰ ਸੰਤੋਖ ਬਖਸ਼ਿਸ਼ ਕਰ ਦਿਓ ਵੀ ਭੁੱਖ ਹੀ ਨਾ ਲੱਗੇ। ਜਿਵੇਂ ਭਾਈ ਬਾਲਾ ਜੀ ਨੇ ਆਖਿਆ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਖਿਆ ਭਾਈ ਬਾਲਾ ਜੀ ਮੰਗੋ ਕੀ ਚਾਹੀਦਾ? ਹੱਥ ਜੋੜ ਕੇ ਇੱਕੋ ਬਚਨ ਹੀ ਆਖਿਆ, ਕਹਿਣ ਲੱਗਾ ਮਹਾਰਾਜ ਜੀ ਬਸ ਇੱਕੋ ਬਚਨ ਮੇਰੀ ਝੋਲੀ ਪਾ ਦਿਓ, ਮੈਂ ਤੁਹਾਡੀ ਕਦੇ ਆਗਿਆ ਦੇ ਵਿੱਚੋਂ ਬਾਹਰ ਹੀ ਨਾ ਹੋਵਾਂ। ਇਹ ਵਰ ਦੇ ਦਿਓ ਕਿ ਕੋਈ ਸਮਾਂ ਕਿਸ ਤਰ੍ਹਾਂ ਦਾ ਵੀ ਕਿਉਂ ਨਾ ਬਣ ਜਾਵੇ, ਮੈਂ ਕਦੇ ਹੁਕਮ ਅਦੂਲੀ ਨਾ ਕਰ ਬੈਠਾ, ਹਮੇਸ਼ਾ ਜੀਵਨ ਮੇਰਾ ਹੁਕਮ ਦੇ ਵਿੱਚ ਹੀ ਰਵੇ। ਬੋਲੇ ਸੋ ਨਿਹਾਲ। ਭਾਈ ਬਾਲਾ ਜੀ ਦੀ ਐਸੀ ਸੇਵਾ ਵੇਖ ਕੇ, ਐਸੀ ਪਿਆਰ ਭਰੀ ਬੇਨਤੀ ਵੇਖ ਕੇ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਬਚਨ ਬਖਸ਼ਿਸ਼ ਕਰ ਦਿੱਤੇ। ਕਹਿਣ ਲੱਗੇ ਭਾਈ ਬਾਲਾ ਜੀ ਤੁਸੀਂ ਹਮੇਸ਼ਾ ਹੁਕਮ ਦੇ ਵਿੱਚ ਹੀ ਰਹੋਗੇ, ਕਦੇ ਹੁਕਮ ਤੋਂ ਬਾਹਰ ਜਾਓਗੇ ਨਹੀਂ। ਐਸੀ ਦਾਤ ਮਹਾਰਾਜ ਨੇ ਬਖਸ਼ੀ ਹੈ। ਸੋ ਇਹ ਸਿੱਖ ਬੇਨਤੀ ਕਰਦੇ ਪਏ ਮਹਾਰਾਜ ਸਰੀਰ ਲਹੂ ਮਾਸ ਦਾ ਬਣਿਆ, ਹੱਡੀਆਂ ਨਾੜੀਆਂ ਦਾ, ਇਹਦੇ ਵਾਸਤੇ ਭੋਜਨ ਜ਼ਰੂਰੀ ਹੈ। ਜਾਂ ਫਿਰ ਸੰਤੋਖ ਬਖਸ਼ਿਸ਼ ਕਰ ਦਿਓ, ਜਿਵੇਂ ਭਾਈ ਬਾਲਾ ਸਾਹਿਬ ਜੀ ਨੇ ਆਖਿਆ ਮਹਾਰਾਜ ਹੁਕਮ ਦੇ ਵਿੱਚ ਰਵਾਂ, ਸਾਡਾ ਭਰੋਸਾ ਬਣਿਆ ਰਵੇ। ਇਹਨਾਂ ਸੇਵਾਦਾਰਾਂ ਨੇ ਬੇਨਤੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਕੀ ਕਲਾ ਵਰਤਾਉਣਗੇ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤੈ ਨਾ ਛੁਟੀਐ।
ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਦੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ।